ਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪਰਤਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਪਰਉਪਕਾਰੀ ਕਰਨਾ ਨਿਧਾਨ ਸਤਿਗੁਰੂ ਪਾਤਸ਼ਾਹ ਜੀ ਦੀ ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ਤ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬ ਕਮਾਲ ਬਾਦਸ਼ਾਹ ਦਰਵੇਸ਼ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਨ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਹੋਏ ਉਤਮ ਉਪਰਾਲੇ ਦੁਆਰਾ ਆਪ ਜੀ ਨੇ ਸਾਹਿਬਾਨ ਜੀ ਦੇ ਮਹਾਨ ਅਸਥਾਨ 'ਤੇ ਹਾਜ਼ਰੀ ਭਰ ਕੇ ਸਤਿਗੁਰੂ ਜੀ ਨੂੰ ਨਤਮਸਤਕ ਹੁੰਦਿਆਂ ਸਾਹਿਬਾਨ ਜੀ ਦੀ ਮਹਾਨ ਗੁਰਸੰਗਤ ਪ੍ਰਾਪਤ ਕਰਕੇ ਸਮੇਂ ਸੁਆਸਾਂ ਨੂੰ ਸਫਲਿਆਂ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਲੜੀਵਾਰ ਗੁਰੂ ਕੇ ਇਤਿਹਾਸ ਦੀ ਜੀਵਨ ਬਿਰਤਾਂਤ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਧੰਨ 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 ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਨਾਮ ਬਾਣੀ ਉਪਦੇਸ਼ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਿੱਖ ਸੰਗਤਾਂ ਨੂੰ ਪ੍ਰੇਮੀਆਂ ਨੂੰ ਨਿਹਾਲ ਕਰ ਰਹੇ ਹਨ। ਇਸੇ ਸਮੇਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਖਿਆਲਾਂ ਵਾਲੇ ਸ਼ੰਕੇ ਸੰਦੇਹ ਲੈ ਕਰਕੇ ਇਸ਼ਾਵਾਂ ਲੈ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਕੁਛ ਪ੍ਰੇਮੀ ਸਿੱਖ ਪਹੁੰਚੇ ਹਨ, ਜਿਨ੍ਹਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਬੜਾ ਲੰਮਾ ਸਮਾਂ ਹੋ ਗਿਆ ਹੈ ਸਿੱਖੀ ਧਾਰਨ ਕੀਤਿਆਂ ਨੂੰ ਉਪਦੇਸ਼ ਕਮਾਉਂਦਿਆਂ ਨੂੰ, ਅਜੇ ਕੋਈ ਗੱਲ ਨਹੀਂ ਬਣੀ, ਮਨ ਸ਼ਾਂਤ ਨਹੀਂ ਹੋਇਆ, ਮਨ ਟਿਕਿਆ ਨਹੀਂ ਹੈ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੇ ਭਲੇ ਹੇਤ ਬਚਨ ਕੀਤੇ ਕਿ ਸਿੱਖੋ, ਮਨੁੱਖੀ ਮਨ ਦੇ ਅੰਦਰ 3 ਪ੍ਰਕਾਰ ਦੀਆਂ ਬਿਰਤੀਆਂ ਕਰਮ ਕਰਦੀਆਂ ਹਨ, 3 ਤਰ੍ਹਾਂ ਦੇ ਸੁਭਾਅ ਹਨ। ਤੁਸੀਂ ਤਮੋ ਗੁਣ ਰਜੋ ਗੁਣ ਵਾਲਾ ਸੁਭਾਅ ਤਿਆਗ ਕਰਕੇ ਸਤੋ ਗੁਣੀ ਸੁਭਾਅ ਧਾਰਨ ਕਰੋ। ਬੇਨਤੀ ਕੀਤੀ, ਮਹਾਰਾਜ ਸਾਨੂੰ ਤਾਂ ਕੋਈ ਜਾਣਕਾਰੀ ਸਮਝ ਨਹੀਂ ਹੈ ਕਿ ਕਦੋਂ ਬਿਰਤੀ ਸਤੋ ਗੁਣੀ ਹੋ ਜਾਂਦੀ ਹੈ, ਕਦੋਂ ਤਮੋ ਗੁਣੀ ਹੁੰਦੀ ਹੈ, ਕਦੋਂ ਰਜੋ ਗੁਣੀ ਹੁੰਦੀ ਹੈ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਹਿਲਾਂ ਜਿੱਥੋਂ ਇਹ ਗੁਣ 3 ਗੁਣ ਮਾਇਆ ਦੇ ਸਹਾਰਾ ਲੈ ਕਰਕੇ ਮਨੁੱਖ ਦੇ ਮਨ 'ਤੇ ਪ੍ਰਭਾਵ ਪਾਉਂਦੇ ਨੇ, ਉਸ ਭੋਜਨ ਦਾ ਜ਼ਿਕਰ ਕੀਤਾ ਕਿ ਜਿਹੋ ਜਿਹੀ ਖੁਰਾਕ ਤੁਸੀਂ ਖਾਵੋਗੇ ਉਸ ਦਾ ਤੁਹਾਡੇ ਮਨ ਉੱਪਰ ਜ਼ਰੂਰ ਅਸਰ ਪਵੇਗਾ। ਇਸ ਵਾਸਤੇ ਸਤੋ ਗੁਣੀ ਭੋਜਨ ਛਕਿਆ ਕਰੋ, ਹਲਕਾ ਭੋਜਨ, ਔਰ ਜੋ ਰਸਾਂ ਕਸਾਂ ਤੋਂ ਰਹਿਤ ਹੋਵੇ, ਸਰੀਰ ਦੀ ਲੋੜ ਤਾਂ ਪੂਰੀ ਕਰਦਾ ਹੋਵੇ ਪਰ ਸਰੀਰ ਦੇ ਰਸਾਂ ਕਸਾਂ ਚਸਕਿਆਂ ਦੇ ਵਿੱਚ ਨਾ ਫਸਾ ਦੇਣ ਵਾਲਾ ਹੋਵੇ, ਕਿਉਂਕਿ ਸਰੀਰ ਦੇ ਚੱਲਣ ਫਿਰਨ ਵਾਸਤੇ ਸਰੀਰ ਨੂੰ ਤਾਕਤ ਸਮਰੱਥਾ ਦੀ ਲੋੜ ਹੈ, ਜਿਸ ਕਰਕੇ ਭੋਜਨ ਤੋਂ ਪ੍ਰਾਪਤ ਹੁੰਦੀ ਹੈ। ਅਤੇ ਸਾਹਿਬਾਂ ਨੇ ਸਮਝਾਇਆ ਹੈ ਕਿ ਭਾਈ ਜੇਕਰ ਤੁਸੀਂ ਸਤੋ ਗੁਣੀ ਭੋਜਨ ਛਕੋਗੇ, ਬਿਰਤੀ ਤੁਹਾਡੀ ਸਤੋ ਗੁਣ ਹੋਵੇਗੀ,
ਉਸ ਬਿਰਤੀ ਦੀ ਨਿਸ਼ਾਨੀ ਹੋਵੇਗੀ ਕਿ ਮਨ ਟਿਕ ਜਾਂਦਾ ਹੈ, ਮਨ ਦੀ ਭਟਕਣਾ ਮੁੱਕ ਜਾਂਦੀ ਹੈ। ਜਦੋਂ ਸਤਿਗੁਰ ਤੇ ਬਿਰਤ ਹੋਏ ਇਕਾਗਰ, ਪ੍ਰਾਪਤ ਆਤਮ ਗਿਆਨ ਉਜਾਗਰ। ਸਤੋ ਗੁਣ ਜਦੋਂ ਅੰਦਰ ਜ਼ਿਆਦਾ ਵੱਧ ਜਾਏ, ਤਮੋ ਗੁਣ ਰਜੋ ਗੁਣ ਦੀ ਬਿਰਤੀ ਘਟ ਜਾਏ, ਫਿਰ ਮਨ ਸ਼ਾਂਤ ਹੋ ਜਾਂਦਾ, ਟਿਕ ਜਾਂਦਾ ਹੈ। ਤੇ ਟਿਕੇ ਹੋਏ ਮਨ ਦੇ ਵਿੱਚੋਂ ਹੀ ਆਤਮ ਗਿਆਨ ਦੀ ਝਲਕ ਪ੍ਰਾਪਤ ਹੁੰਦੀ ਹੈ। ਤਿੰਨ ਚੀਜ਼ਾਂ ਦਾ ਜੋੜ ਜੁੜਿਆ, ਸਰੀਰ ਦਾ, ਆਤਮਾ ਦਾ, ਤੀਜੀ ਸ਼ੈ ਪੈਦਾ ਹੋਈ ਮਨ। ਮਨ ਦੇ ਸਾਰੇ ਉਤਰਾ ਚੜ੍ਹਾਅ, ਸੰਕਲਪ ਵਿਕਲਪ ਆਤਮਾ ਦੇ ਨਾਲੋਂ ਦੂਰੀ ਬਣਾ ਕੇ ਰੱਖਦੇ ਹਨ, ਜਿਸ ਕਰਕੇ ਮਨੁੱਖ ਦਾ ਗਿਆਨ ਦਾ ਦੀਵਾ ਸਾਹਿਬ ਕਹਿੰਦੇ ਮੈਲਾ ਹੋ ਜਾਂਦਾ ਹੈ। ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਗਿਆਨ ਦਾ ਦੀਵਾ ਮੈਲਾ ਹੋਣ ਕਰਕੇ ਉਹ ਰੌਸ਼ਨੀ ਪ੍ਰਕਾਸ਼ ਬਾਹਰ ਨਹੀਂ ਨਜ਼ਰ ਪੈਂਦੀ। ਸੋ ਸਤਿਗੁਰੂ ਪਾਤਸ਼ਾਹ ਜੀ ਉਹ ਪਰਦਾ ਪਾਸੇ ਕਰ ਦਿੰਦੇ ਹਨ। ਆਤਮ ਗਿਆਨ ਦੀ ਚਮਕ ਦਮਕ ਰੌਸ਼ਨੀ ਪ੍ਰਕਾਸ਼ ਮਨੁੱਖ ਨੂੰ ਸਹਿਜੇ ਪ੍ਰਾਪਤ ਹੋ ਜਾਂਦੀ ਹੈ, ਜਿਸ ਸਦਕਾ ਮਨੁੱਖ ਆਪਣੇ ਆਤਮ ਮਾਰਗ ਨੂੰ ਸੌਖਿਆਂ ਹੀ ਤੈਅ ਕਰ ਲੈਂਦਾ ਹੈ, ਸਫਲ ਕਰ ਲੈਂਦਾ ਹੈ। ਸੋ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਪ੍ਰੇਮੀਆਂ ਦੇ ਤਾਈਂ ਐਸਾ ਉਪਦੇਸ਼ ਦਿੱਤਾ ਹੈ। ਭਾਈ ਸਾਈਂ ਦਿੱਤਾ ਨੂੰ, ਭਾਈ ਤੁਲਸਾ ਨੂੰ ਸਾਹਿਬਾਂ ਨੇ ਵੱਖ ਵੱਖ ਬਚਨ ਦਿੱਤਾ। ਸਾਈਂ ਦਿੱਤਾ ਤਾਂ ਹੀ ਕਹਿਣ ਲੱਗੇ, ਮਨ ਜੁਤ ਲੇਹ ਰਕੀਕਨ ਸਾਧ, ਕਿ ਜਿਹੜਾ ਮਨ ਸਮੇਤ ਇੰਦਰੀਆਂ ਨੂੰ ਜਿੱਤ ਲਵੇ ਉਹੀ ਸਾਧ ਹੁੰਦਾ ਹੈ। ਤੇ ਸਿੱਖ ਨੂੰ ਚਾਹੀਦਾ ਇਹਨਾਂ ਨੂੰ ਸਾਧ ਲਵੇ, ਵਸ ਵਿੱਚ ਕਰ ਲਵੇ। ਸੋ ਮਨ ਨੂੰ ਜਿੱਤ ਲੈਣਾ ਹੀ ਸਾਰੇ ਕਿਤੇ ਫਤਿਹ ਪਾਉਣੀ ਹੈ। ਭਗਤ ਦੀ ਤੇ ਸੇਵਕ ਦੀ ਪਰਿਭਾਸ਼ਾ ਵੀ ਦੱਸੀ ਕਿ ਜਿਨ੍ਹਾਂ ਦਾ ਜੀਵਨ ਪਰਮਾਤਮਾ ਦੇ ਨਾਮ ਤੋਂ ਬਿਨਾਂ ਇੱਕ ਵੀ ਸਵਾਸ ਖਾਲੀ ਨਹੀਂ ਜਾਂਦਾ, ਸਿਮਰਨ ਸਿਮਰ ਕਰਕੇ ਸਵਾਸ ਸਫਲੇ ਕਰਦੇ ਹਨ। ਸੋ ਇਸੇ ਤਰ੍ਹਾਂ ਹੁਕਮ ਹੋਇਆ ਕਿ ਭਾਈ ਦੀਵਾਲੀ ਤੇ ਵਿਸਾਖੀ ਤੇ ਸਾਲ ਵਿੱਚ 2 ਵਾਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਇਸ਼ਨਾਨ ਕਰਿਆ ਕਰੋ। ਸਿੱਖੀ ਕਮਾਓ, ਗੁਰੂ ਭਲੀ ਕਰੇਗਾ। ਸੋ ਸੁਲਤਾਨਪੁਰ ਸਾਹਿਬ ਨਗਰ ਵਿੱਚ ਸਿੱਖਾਂ ਦਾ ਬਹੁਤ ਭਾਰੀ ਮੇਲ ਮਿਲਾਪ ਹੈ, ਬਹੁਤ ਭਾਰੀ ਗਿਣਤੀ ਹੈ। ਭਾਈ ਦੀਪਾ ਉੱਥੋਂ ਦਾ ਹੀ ਰਹਿਣ ਵਾਲਾ ਸੀ। ਸਤਿਗੁਰੂ ਪਾਤਸ਼ਾਹ ਜੀ ਦੀਆਂ ਸਿੱਖ ਸੰਗਤਾਂ ਦੀ ਬੜੀ ਭਾਵਨਾ ਨਾਲ ਟਹਿਲ ਸੇਵਾ ਕਰਦਾ ਹੈ। ਸਿੱਖਾਂ ਦੀ ਮੁੱਠੀ ਚਾਪੀ ਕਰਨੀ, ਪੈਰ ਧੋਣੇ, ਪ੍ਰਸ਼ਾਦਾ ਛਕਾਉਣਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਆਖਿਆ, ਦੀਪ ਪ੍ਰਕਾਸ਼ ਦੀਪ ਤੇ ਲਹਿਓ, ਕਿ ਦੀਵੇ ਤੋਂ ਦੀਵਾ ਪ੍ਰਕਾਸ਼ ਜਦੋਂ ਲੈ ਲੈਂਦਾ ਫਿਰ ਅੰਧਕਾਰ ਕੋ ਹੋਤ ਵਿਨਾਸ਼, ਹਨੇਰਾ ਮੁੱਕਦਾ ਹੈ, ਤਿਮ ਦੀਪੇ ਕੋ ਗਿਆਨ ਪ੍ਰਕਾਸ਼। ਇਸੇ ਤਰ੍ਹਾਂ ਭਾਈ ਦੀਪ ਨੂੰ ਆਤਮ ਗਿਆਨ ਦੀ ਸਵੈ ਸਰੂਪ ਦੀ ਪ੍ਰਾਪਤੀ ਹੋਈ ਹੈ। ਅਸੀਂ ਇਸ ਦਾ ਜੀਵਨ ਦੀਵੇ ਦੀ ਤਰ੍ਹਾਂ ਬਣਾ ਦਿੱਤਾ ਹੈ। ਜਿਵੇਂ ਜਗਿਆ ਹੋਇਆ ਦੀਵਾ ਹਜ਼ਾਰਾਂ ਲੱਖਾਂ ਦੀਵੇ ਜਗਾ ਦਿੰਦਾ ਹੈ, ਇਸੇ ਤਰ੍ਹਾਂ ਹਮਨੇ ਇਹ ਦੀਪਕ ਸਮ ਕਰਿਓ, ਜੋ ਇਸ ਮਿਲੈ ਸੋ ਨਿਸ਼ਚੈ ਤਰਿਓ। ਜਿਹੜਾ ਇਸ ਨੂੰ ਮਿਲੇਗਾ ਉਹ ਸੰਸਾਰ ਭਵਜਲ ਤੋਂ ਯਕੀਨਨ ਪਾਰ ਹੋ ਜਾਏਗਾ, ਇਸ ਗੱਲ ਵਿੱਚ ਕੋਈ ਸੰਦੇਹ ਨਹੀਂ ਹੋਵੇਗਾ। ਇਸ ਤਰ੍ਹਾਂ ਜਿਨ੍ਹਾਂ ਨੇ ਟਹਿਲ ਸੇਵਾ ਘਾਲੀ, ਕਾਲ ਕਮਾਈ ਕੀਤੀ, ਉਹ ਗੁਰੂ ਦੀ ਸ਼ਰਨ ਵਿੱਚ ਪੈ ਕੇ ਸੰਸਾਰ ਤੋਂ ਤਰ ਗਏ। ਅੱਗੇ ਭਾਈ ਸਾਹਿਬ ਜੀ ਜਿਵੇਂ ਅਗਲਾ ਇਤਿਹਾਸ ਸੁਣਾ ਰਹੇ ਹਨ, ਸ਼ਰਧਾ ਭਾਵਨਾ ਦੇ ਸਹਿਤ ਸਰਵਨ ਕਰੀਏ ਜੀ। ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਕਰਤ ਸੁਦਾ ਸਰਬਾਸ। ਇਸ ਪ੍ਰਕਾਰ ਇਸ ਤਰ੍ਹਾਂ ਸ਼੍ਰੀ ਸ਼੍ਰੋਮਣੀ ਸੁਭਾਇਮਾਨ ਸਤਿਗੁਰੂ ਪੰਚਮ ਪਾਤਸ਼ਾਹ ਗੁਰਦੇਵ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਸੁਦਾ ਨਾਮ ਹੈ ਅੰਮ੍ਰਿਤ ਦਾ, ਸਰ ਨਾਮ ਹੈ ਸਰੋਵਰ ਦਾ, ਅੰਮ੍ਰਿਤਸਰ ਅੰਮ੍ਰਿਤ ਦਾ ਸਰੋਵਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਹਿਬ ਜੀ ਵਾਸਾ ਕਰਦੇ ਹਨ। ਸੰਗਤ ਆਵੈ ਤਰਸ ਕੋ ਸ਼੍ਰੀ ਗੁਰ ਅਰਜਨ ਪਾਸ। ਬੇਅੰਤ ਸਿੱਖ ਸੰਗਤਾਂ ਸਤਿਗੁਰੂ ਪਾਤਸ਼ਾਹ ਦੇ ਦਰਸ਼ਨਾਂ ਦੇ ਵਾਸਤੇ, ਸਾਹਿਬਾਂ ਦਾ ਦੀਦਾਰ ਕਰਨ ਵਾਸਤੇ ਸਾਹਿਬਾਂ ਦੇ ਹਜ਼ੂਰ ਦੂਰ ਨੇੜੇ ਤੋਂ ਸਿੱਖ ਸੰਗਤਾਂ ਚੱਲ ਕਰਕੇ ਆਉਂਦੀਆਂ ਹਨ। ਚੌਪਈ
ਏਕ ਕਪੂਰ ਦਿਓ ਸਿਖ ਭਾਰੀ ਸੁਤ ਬਨਿਤਾ ਜੁਤ ਸਿੱਖੀ ਧਾਰੀ। ਇੱਕ ਭਾਈ ਕਪੂਰ ਦਿਓ ਨਾਮ ਦਾ ਭਾਰੀ ਸਿੱਖ ਹੈ। ਭਾਰੀ ਦਾ ਭਾਵ ਇਹ ਨਹੀਂ ਕਿ ਉਹਦੇ ਦੁਨੀ ਚੰਦ ਵਰਗਾ ਉਹਦਾ ਵਜਨ ਸੀ ਕਿ ਭਾਰ ਨਾਲ ਰਸਾ ਹੀ ਟੁੱਟ ਗਿਆ। ਭਾਰੀ ਤੋਂ ਭਾਵ ਹੈ ਘਾਲਣਾ ਘਾਲਣ ਵਾਲਾ, ਘਾਲੀ ਪੁਰਸ਼, ਸ਼ੁਭ ਗੁਣਾਂ ਦਾ ਧਾਰਨੀ, ਨੇਕ ਕਰਨੀ ਕਮਾਈ ਵਾਲਾ। ਵਜਨ ਭਾਵੇਂ ਉਹਦਾ ਥੋੜਾ ਹੀ ਹੋਵੇ, ਸਰੀਰ ਭਾਵੇਂ ਪਤਲਾ ਹੀ ਹੋਵੇ, ਪਰ ਉਹਦੀ ਘਾਲਣਾ ਬੜੀ ਵੱਡੀ ਹੈ। ਇਸ ਵਾਸਤੇ ਉਹ ਭਾਰੀ ਪੁਰਖ ਹੈ, ਭਾਰੀ ਸਿੱਖ ਹੈ। ਸੋ ਗੁਰੂ ਕਾ ਵੱਡਾ ਸਿੱਖ ਹੈ, ਕਮਾਈ ਵਾਲਾ ਸਿੱਖ ਹੈ। ਇਸ ਨੇ ਆਪਣੇ ਪੁੱਤਰ ਧਰਮ ਸੁਪਤਨੀ ਸਮੇਤ ਸਤਿਗੁਰੂ ਦੀ ਸਿੱਖੀ ਨੂੰ ਧਾਰਨ ਕੀਤਾ ਹੈ। ਸੇਵਾ ਕਰ ਪ੍ਰਸੰਨ ਸਿੱਖ ਕਰੈ ਬਡੋ ਪ੍ਰੇਮ ਮਿਲਬੋ ਜਬ ਧਰੈ। ਇਹ ਸੇਵਾ ਕਰਕੇ ਸਿੱਖਾਂ ਨੂੰ ਬੜਾ ਪ੍ਰਸੰਨ ਕਰਦਾ। ਜਦੋਂ ਸਿੱਖਾਂ ਦੀ ਸੇਵਾ ਕੀਤੀ ਜਾਏ ਤੇ ਸਿੱਖ ਖੁਸ਼ ਹੋ ਜਾਣ, ਫਿਰ ਗੁਰੂ ਖੁਸ਼ ਹੁੰਦਾ ਹੈ। ਕਿਉਂਕਿ ਗੁਰ ਸਿੱਖਾਂ ਅੰਦਰ ਸਤਿਗੁਰ ਵਰਤ। ਜੇ ਸਿੱਖਾਂ ਨੂੰ ਲੋਚੇ ਸੋ ਗੁਰੂ ਖੁਸ਼ੀ ਆਵੇ। ਗੁਰੂ ਖੁਸ਼ ਪ੍ਰਸੰਨ ਹੁੰਦਾ ਜਿਹੜਾ ਸਿੱਖਾਂ ਨੂੰ ਕੁਛ ਛਕਾਉਂਦਾ, ਸੇਵਾ ਕਰਦਾ ਹੈ। ਇਹ ਸਿੱਖਾਂ ਦੀ ਸੇਵਾ ਕਰਦਾ ਹੈ। ਸੇਵਾ ਕਰ ਪ੍ਰਸੰਨ ਸਿੱਖ, ਸਿੱਖਾਂ ਨੂੰ ਸੇਵਾ ਕਰਕੇ ਖੁਸ਼ ਪ੍ਰਸੰਨ ਕਰਦਾ ਹੈ। ਬਹੁਤ ਭਾਰੀ ਪ੍ਰੇਮ ਸਿੱਖਾਂ ਦੇ ਮੇਲ ਮਿਲਾਪ ਵਿੱਚ ਧਾਰਦਾ ਹੈ। ਵੱਡੋ ਪ੍ਰੇਮ ਮਿਲਬੋ ਜਬ ਧਰੈ। ਜਦੋਂ ਕਿਤੇ ਕੋਈ ਸਿੱਖ ਮਿਲ ਜਾਂਦਾ ਉਦੋਂ ਬੜਾ ਭਾਰੀ ਪ੍ਰੇਮ ਉਹਦੇ ਨਾਲ ਕਰਦਾ ਹੈ। ਇੱਕ ਦਿਨ ਸ਼੍ਰੀ ਅਰਜਨ ਕੋ ਪੁੱਛਾ ਸਿੱਖ ਪਿਆਰੋ ਤੁਮਰੋ ਉਰ ਸੂਛਾ। ਇੱਕ ਦਿਨ ਭਾਈ ਕਪੂਰ ਦਿਓ ਨੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਸਾਹਿਬਾਂ ਨੂੰ ਪੁੱਛਿਆ, ਮਹਾਰਾਜ ਜੀ ਕੋਈ ਐਸਾ ਸਿੱਖ ਹੈ ਜਿਹੜਾ ਤੁਹਾਡਾ ਬੜਾ ਪਿਆਰਾ ਸਿੱਖ ਹੋਵੇ ਤੇ ਹਿਰਦੇ ਦਾ ਸੁਸ਼ਾ ਪਵਿੱਤਰ ਹੋਵੇ, ਸੁੱਚਾ ਹੋਵੇ, ਜਿਹਦਾ ਹਿਰਦਾ ਬੜਾ ਸ਼ੁੱਧ ਹੋਵੇ, ਹਿਰਦਾ ਪਾਕ ਪਵਿੱਤਰ ਹੋ ਗਿਆ ਹੋਵੇ। ਉਸ ਸਿੱਖ ਦਾ ਕੋਈ ਵਿਕਾਰ ਕਦੀ ਫੁਰਦਾ ਹੀ ਨਾ ਹੋਵੇ, ਕਦੀ ਔਗਣ ਕੋਈ ਨੇੜੇ ਨਾ ਆਇਆ ਹੋਵੇ। ਇਹੋ ਜਿਹੇ ਪਵਿੱਤਰ ਹਿਰਦੇ ਵਾਲਾ, ਸੁਸ਼ੇ ਹਿਰਦੇ ਵਾਲਾ ਕੋਈ ਸਿੱਖ ਤੁਹਾਡਾ ਪਿਆਰਾ ਕੋਈ ਹੈ ਤਾਂ ਮਹਾਰਾਜ ਕਿਰਪਾ ਕਰੋ। ਤਿਨ ਕੋ ਦਰਸ਼ਨ ਮੋਹਿ ਕਰਾਵੋ ਇਸ ਥਲ ਅਹਿ ਕਿ ਅਪਰ ਬਤਾਵੋ। ਉਸ ਗੁਰ ਸਿੱਖ ਦਾ ਮਹਾਰਾਜ ਮੈਨੂੰ ਦਰਸ਼ਨ ਕਰਵਾਓ। ਇਹ ਬੜੀ ਚੰਗੀ ਭਾਵਨਾ ਹੈ। ਇਹੋ ਜਿਹੇ ਬੜੇ ਸਿੱਖ ਹੋਏ। ਭਾਈ ਗੁਰਮੁਖ ਨੇ ਵੀ ਆਖਿਆ ਸੀ, ਮਹਾਰਾਜ ਕੋਈ ਇਹੋ ਜਿਹਾ ਬ੍ਰਹਮ ਗਿਆਨੀ ਸਿੱਖ ਹੈ ਜਿਹੜਾ ਤੁਹਾਡਾ ਬਚਨ ਹੈ ਕਿ ਗੁਰਮੁਖ ਰੋਮ ਰੋਮ ਹਰ ਧਿਆਵੇ। ਤੇ ਸਾਹਿਬਾਂ ਕਿਹਾ ਸੀ ਮਾਂਗਟ ਚਲਿਆ ਜਾ। ਭਾਈ ਬੰਨੋ ਸਾਡਾ ਪਿਆਰਾ ਸਿੱਖ ਰਹਿੰਦਾ, ਉਹ ਇਸ ਅਵਸਥਾ ਦਾ ਮਾਲਕ ਹੈ, ਉਹਦਾ ਦਰਸ਼ਨ ਕਰ। ਇਸੇ ਤਰ੍ਹਾਂ ਇੱਕ ਹੋਰ ਪ੍ਰੇਮੀ ਨੇ ਕਿਹਾ ਸੀ ਤਾਂ ਸਤਿਗੁਰੂ ਪਾਤਸ਼ਾਹ ਨੇ ਭਾਈ ਭਿਖਾਰੀ ਜੀ ਦੀ ਦੱਸ ਪਾਈ ਸੀ। ਇਹ ਜਿਹੜੀ ਸਾਖੀ ਭਾਈ ਸਾਹਿਬ ਇੱਥੇ ਸੁਣਾ ਰਹੇ ਨੇ ਬਿਲਕੁਲ ਇਨ ਬਿਨ ਭਾਈ ਭਿਖਾਰੀ ਜੀ ਦੀ ਸਾਖੀ ਨਾਲ ਰਲਦੀ ਮਿਲਦੀ ਹੈ। ਉਸੇ ਤਰ੍ਹਾਂ ਦੀ ਹੀ ਬਿਲਕੁਲ ਕਰਨੀ ਕਮਾਈ ਹੈ ਉਸ ਸਿੱਖ ਦੀ ਜਿਹਦੇ ਬਾਰੇ ਸਾਹਿਬਾਂ ਦੱਸਿਆ। ਮਹਾਰਾਜ ਕੋਈ ਐਸਾ ਗੁਰਸਿੱਖ ਹੈ ਜਿਹੜਾ ਹਿਰਦੇ ਦਾ ਪਵਿੱਤਰ ਹੋਵੇ ਤੇ ਤੁਹਾਡਾ ਬੜਾ ਪਿਆਰ ਵਾਲਾ ਸਿੱਖ ਹੋਵੇ, ਉਹਦਾ ਮੈਨੂੰ ਦਰਸ਼ਨ ਕਰਵਾਓ। ਇਸ ਥਲ ਐਸ ਥਾਂ ਤੇ ਹੈ, ਅੰਮ੍ਰਿਤਸਰ ਸ਼ਹਿਰ ਵਿੱਚ ਹੈ ਕਿ ਅਪਰ ਬਤਾਵੋ, ਕਿ ਜਾਂ ਕਿਤੇ ਪਾਸੇ ਕਿਸੇ ਹੋਰ ਨਗਰ ਵਿੱਚ ਦੂਰ ਦਰਾਂਡੇ ਜਿੱਥੇ ਵੀ ਹੈ ਮਹਾਰਾਜ ਕਿਰਪਾ ਕਰਕੇ ਮੈਨੂੰ ਦੱਸੋ। ਸ਼੍ਰੀ ਮੁਖ ਤੇ ਫੁਰਮਾਵਨ ਕੀਏ ਤਹ ਸੰਮਨ ਹੈ ਸ਼ਹਿਬਾਜ ਪੁਰੇ ਮਹਿ। ਸੁਭਾਏਮਾਨ ਮੁਖ ਤੋਂ ਸਾਹਿਬਾਂ ਨੇ ਬਚਨ ਫਰਮਾਏ। ਕਹਿਣ ਲੱਗੇ ਪ੍ਰੇਮੀਆਂ ਭਾਈ ਕਪੂਰ, ਹਾਂ ਗੁਰੂ ਘਰ ਵਿੱਚ ਇਹੋ ਜਿਹੇ ਸਿੱਖਾਂ ਦੀ ਕੋਈ ਕਮੀ ਨਹੀਂ ਹੈ। ਬੜੀ ਬੜੀ ਚੜ੍ਹਦੀ ਕਲਾ ਵਾਲੇ ਗੁਰੂ ਕੇ ਸਿੱਖ ਨਾਮ ਬਾਣੀ ਦੇ ਅਭਿਆਸੀ ਹਨ। ਕਿਉਂਕਿ ਬਾਗ ਸਿੱਖੀ ਦਾ ਗੁਰੂ ਨਾਨਕ ਪਾਤਸ਼ਾਹ ਲਾਇਆ ਤੇ ਜਿਸ ਸਿੱਖੇ ਦੇ ਬਾਗ ਦਾ ਮਾਲੀ ਗੁਰੂ ਨਾਨਕ ਦੇ ਪਾਤਸ਼ਾਹ ਹੋਵੇ, ਉਸ ਬਾਗ ਦੇ ਵਿੱਚੋਂ ਸਿੱਖੀ ਦੇ ਬੂਟੇ ਨਹੀਂ ਸੁੱਕ ਸਕਦੇ ਭਾਵੇਂ ਕੋਈ ਲੱਖ ਯਤਨ ਕਰੇ। ਸੰਮਨ ਹੈ ਸ਼ਹਿਬਾਜ ਪੁਰੇ ਮਹਿ। ਸ਼ਹਿਬਾਜਪੁਰੇ ਨਗਰ ਦੀ ਦੱਸ ਪਾਈ ਜੋ ਜ਼ਿਲ੍ਹੇ ਅੰਬਾਲੇ ਦੇ ਵਿੱਚ ਭਾਈ ਵੀਰ ਸਿੰਘ ਜੀ ਲਿਖਦੇ ਨੇ। ਇੱਕ ਤਾਂ ਸ਼ਹਿਬਾਜਪੁਰਾ ਤਰਨਤਾਰਨ ਸਾਹਿਬ ਜ਼ਿਲ੍ਹੇ ਦੇ ਵਿੱਚ ਹੈ, ਉਹਨੂੰ ਵੀ ਸ਼ਹਿਬਾਜਪੁਰਾ ਕਹਿੰਦੇ ਹਨ। ਪਰ ਇਹ ਜੋ
ਅੰਬਾਲੇ ਜ਼ਿਲ੍ਹੇ ਦੇ ਵਿੱਚ ਹੈ ਸ਼ੈਨ। ਉਸ ਸ਼ਾਹਬਾਜ਼ਪੁਰੇ ਦਾ ਜ਼ਿਕਰ ਸਾਹਿਬਾਂ ਨੇ ਕੀਤਾ ਕਿ ਉੱਥੇ ਇੱਕ ਸਾਡਾ ਪਿਆਰਾ ਸਿੱਖ ਰਹਿੰਦਾ ਹੈ ਜਿਸ ਦਾ ਨਾਮ ਭਾਈ ਸੰਮਨ ਹੈ। ਸੁਨਤ ਕਪੂਰ ਦੇਵ ਤਹਿ ਗਇਓ, ਸੰਮਨ ਸੰਗ ਮੇਲ ਤਿਨ ਕੀਓ। ਭਾਈ ਕਪੂਰ ਦੇਵ ਜਿਹੜਾ ਸੀ ਸਾਹਿਬਾਂ ਕੋਲੋਂ ਉਸ ਸਿੱਖ ਦੀ ਵਡਿਆਈ ਸੁਣ ਕੇ ਕੋ ਐਸਾ ਕਾਲੀ ਪੁਰਸ਼, ਭਾਣਾ ਮੰਨਣ ਵਾਲਾ, ਰਜਾ ਸਮਝਣ ਵਾਲਾ ਗੁਰੂ ਕਾ ਸਿੱਖ ਹੈ ਭਾਈ ਸੰਮਨ। ਭਾਈ ਸੰਮਨ ਦਾ ਨਾਮ ਸੁਣ ਕੇ ਭਾਈ ਕਪੂਰ ਦੇਵ ਤਹਿ ਗਏ, ਉੱਥੇ ਜਾ ਪਹੁੰਚਾ। ਭਾਈ ਸੰਮਨ ਦੇ ਨਾਲ ਜਾ ਕਰਕੇ ਮੇਲ ਮਿਲਾਪ ਕੀਤਾ। ਸੇਵਾ ਕਰ ਨਿਜ ਸਦਨ ਉਤਾਰਾ, ਆਪ ਕਰਨ ਲਾਗਿਓ ਅਸਕਾਰਾ। ਭਾਈ ਸੰਮਨ ਨੇ ਭਾਈ ਕਪੂਰ ਦੇਵ ਦੀ ਹਰ ਤਰ੍ਹਾਂ ਨਾਲ ਸੇਵਾ ਕੀਤੀ, ਆਪਣੇ ਘਰ ਵਿੱਚ ਉਤਾਰਾ ਕਰਵਾਇਆ, ਰਹਿਣ ਬਸੇਰਾ ਦਿੱਤਾ, ਲੰਗਰ ਪ੍ਰਸ਼ਾਦ ਛਕਾਇਆ। ਆਪ ਭਾਈ ਸਾਹਿਬ ਜੀ ਅਸਕਾਰਾ ਐਸੀ ਕੋਈ ਕਾਰ ਕੰਮ ਕਰਨ ਲੱਗੇ। ਈਦਨ ਅਧਿਕ ਮੋਲ ਕੋ ਆਨਾ, ਛਪ ਸ਼ਤਰੰਜੀ ਤਿਆਰ ਸੁਠਾਨਾ। ਸੋ ਬਹੁਤ ਸਾਰਾ ਈਂਧਨ ਲਿਆਂਦਾ। ਈਂਧਨ ਦਾ ਆਖਰੀ ਅਰਥ ਤਾਂ ਬਾਲਣ ਹੁੰਦਾ, ਲੱਕੜਾਂ ਹੁੰਦੀਆਂ ਹਨ, ਪਰ ਇੱਥੇ ਈਂਧਨ ਤੋਂ ਭਾਵ ਹੈ ਉਹ ਘਾਹ ਸਰ ਜਿਹਦੀਆਂ ਸਫਾਂ ਤਿਆਰ ਹੁੰਦੀਆਂ ਸਨ। ਸਫਾਂ ਬਣਾਈਆਂ ਜਾਂਦੀਆਂ, ਚਟਾਈਆਂ ਬਣਾਈਆਂ ਜਾਂਦੀਆਂ ਸਨ। ਅੱਜ ਕੱਲ੍ਹ ਤਾਂ ਪਲਾਸਟਿਕ ਦੀ ਜਿਹੜੀਆਂ ਬਣਾਈਆਂ ਜਾਂਦੀਆਂ ਸਨ। ਸੋ ਉਦੋਂ ਜਿਹੜੀ ਦਿੱਬ ਹੁੰਦੀ ਸੀ ਆਮ ਰੋਈਆਂ ਤੇ ਨਹਿਰਾਂ ਦੇ ਕੰਢਿਆਂ ਤੇ ਉੱਗੀ, ਇਸ ਦੀਆਂ ਹੀ ਸਫਾਂ ਬਣਾਈਆਂ ਜਾਂਦੀਆਂ ਸਨ। ਤਕੀਆਂ ਦੇ ਵਿੱਚ, ਧਰਮਸ਼ਾਲਾ, ਗੁਰੂ ਘਰਾਂ ਵਿੱਚ ਉਹ ਸਫਾਂ ਵਿਛਾਈਆਂ ਜਾਂਦੀਆਂ ਸੀ। ਸੋ ਭਾਈ ਸੰਮਨ ਜੀ ਉਹਨਾਂ ਨੇ ਘਾਹ ਸਰ ਜਿਹੜੀ ਬਹੁਤ ਸਾਰੀ ਮੰਗਵਾਈ ਹੈ ਤੇ ਉਸ ਦੀ ਸਫ ਸਤਰੰਜੀ ਤਿਆਰ ਸੋਠਾਨਾ, ਵੱਡੀ ਸਾਰੀ ਉਸ ਦੀ ਚਟਾਈ ਕਹਿ ਲਓ, ਦਰੀ ਕਹਿ ਲਓ, ਸਫ ਕਹਿ ਲਓ, ਉਹ ਤਿਆਰ ਕੀਤੀ ਹੈ। ਅਪਰ ਸਮਗਰੀ ਬਸਤਰ ਆਦ, ਲਿਆਵਤ ਭਇਓ ਸੁਮਨ ਅਹਿਲਾਦ। ਜੋ ਅਪਰ ਹੋਰ ਸਮੱਗਰੀ ਚਾਹੀਦੀ ਸੀ, ਮਨ ਵਿੱਚ ਅਹਿਲਾਦ, ਬੜੀ ਖੁਸ਼ੀ ਦੇ ਨਾਲ, ਪ੍ਰਸੰਨਤਾ ਦੇ ਨਾਲ, ਕੋਈ ਗਮ ਕੋਈ ਸ਼ਿਕਵਾ ਨਹੀਂ। ਸੋ ਜੋ ਵੀ ਹੋਰ ਵਸਤੂ ਚੀਜ਼ ਵਸਤ ਦੀ ਲੋੜ ਸੀ ਭਾਈ ਸਾਹਿਬ ਜੀ ਨੇ ਉਹ ਵੀ ਲਿਆਂਦੀ ਹੈ। ਕਰ ਕਰ ਤਿਆਰ ਸਦਨ ਮਹਿ ਧਰੈ, ਵਾਹਿਗੁਰੂ ਮੁਖ ਨਾਮ ਉਚਰੈ। ਤੇ ਇਸ ਤਰ੍ਹਾਂ ਵਸਤੂਆਂ ਤਿਆਰ ਕਰ ਕਰਕੇ ਭਾਈ ਸਾਹਿਬ ਜੀ ਆਪਣੇ ਸਦਨ ਘਰ ਵਿੱਚ ਧਰੀ ਜਾ ਰਿਹਾ, ਰੱਖੀ ਜਾ ਰਿਹਾ, ਤੇ ਨਾਲ ਨਾਲ ਮੂੰਹ ਤੋਂ, ਮੁਖ ਤੋਂ ਵਾਹਿਗੁਰੂ 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 ਦਾ ਨਾਮ ਉਚਾਰੀ ਜਾਂਦਾ ਹੈ। ਕਪੂਰ ਦਿਓ ਸਭ ਪੇਖਤ ਰਹਿਓ, ਜਿਹ ਪ੍ਰਕਾਰ ਕਰਤ ਬਹੁ ਲਹਿਓ। ਭਾਈ ਕਪੂਰ ਦਿਓ ਇਹ ਸਾਰਾ ਕੁਝ ਵੇਖਦਾ ਰਿਹਾ, ਤੱਕਦਾ ਰਿਹਾ, ਜਿਸ ਪ੍ਰਕਾਰ ਜਿਸ ਤਰ੍ਹਾਂ ਭਾਈ ਸੰਮਨ ਕਰਦਾ ਰਿਹਾ ਸੀ, ਪਿੱਖ ਵਾਹ ਲਿਓ, ਉਸ ਨੂੰ ਵੇਖਿਆ, ਤੱਕਿਆ ਹੈ ਕਿ ਕੀ ਕਰਦਾ ਹੈ। ਜਬ ਕਰ ਕਾਰ ਅਯੋ ਟਿਗ ਸੋਏ, ਕਪੂਰ ਦੇਵ ਪਿਖ ਬਿਸਮੈ ਹੋਏ। ਜਦੋਂ ਇਹ ਕੰਮਕਾਰ ਕਰਕੇ ਭਾਈ ਸੰਮਨ ਭਾਈ ਕਪੂਰ ਦੇਵ ਦੇ ਕੋਲ ਆਇਆ ਤੇ ਭਾਈ ਕਪੂਰ ਦੇਵ ਵੇਖ ਕਰਕੇ ਬਿਸਮੇ ਹੋਏ, ਹੈਰਾਨ ਹੋਇਆ, ਅਚਰਜ ਹੋਇਆ। ਬੈਠ ਨਿਕਟ ਤਿਨ ਪੂਛੀ ਫੇਰ, ਧਨ ਭਾਗ ਤੁਮ ਦਰਸ਼ਨ ਹੇਰ। ਨੇੜੇ ਬੈਠ ਕਰਕੇ ਭਾਈ ਸੰਮਨ ਨੇ ਜਦੋਂ ਫੇਰ ਗੱਲਬਾਤ ਪੁੱਛੀ ਤੇ ਨਾਲ ਹੀ ਆਖਿਆ ਕਿ ਧਨ ਭਾਗ ਤੁਮ ਦਰਸ਼ਨ ਹੈ, ਮੇਰੇ ਧਨ ਭਾਗ ਤੁਹਾਡੇ ਦਰਸ਼ਨ ਹੋਏ ਹਨ। ਹੇਰ ਦਰ ਅੱਖਰੀ ਅਰਥ ਹੁੰਦਾ ਵੇਖਣਾ, ਤੱਕਣਾ। ਸੋ ਤੁਹਾਡਾ ਦਰਸ਼ਨ ਹੋਇਆ ਹੈ, ਤੁਹਾਡਾ ਦਰਸ਼ਨ ਤੱਕਿਆ ਹੈ, ਮੇਰੇ ਵੱਡੇ ਭਾਗ ਹਨ। ਭਾਈ ਸਾਹਿਬ ਜੀ ਨੇ ਹੋਰ ਵੀ ਗੱਲਬਾਤ ਪੁੱਛੀ। ਦਇਆ ਕਰੀ ਦਰਸ਼ਨ ਦੀਏ ਆਨੋ, ਕੋਨ ਕਾਜ ਮੁਖ ਕਰੋ ਬਖਾਨੋ। ਸਿੱਖ ਦੇ ਤਾਈ ਭਾਈ ਸਾਹਿਬ ਜੀ ਆਖਣ ਲੱਗੇ, ਸਿੱਖਾ ਤੂੰ ਬੜੀ ਦਇਆ ਕੀਤੀ, ਬੜਾ ਤਰਸ ਕੀਤਾ ਈ ਕਿ ਜਿਹੜਾ ਘਰ ਵਿੱਚ ਆ ਕੇ ਦਰਸ਼ਨ ਦਿੱਤਾ ਈ। ਉਦੋਂ ਸਿੱਖਾਂ ਦੇ ਦਰਸ਼ਨ ਵੀ ਬੜੇ ਦੁਰਲੱਭ ਸਨ। ਉਹਨਾਂ ਸਿੱਖਾਂ ਦੇ ਜਿਹੜੇ ਕਰਨੀ ਕਮਾਈ ਵਾਲੇ ਸਨ, ਗੁਰੂ ਤੋਂ ਵਰਸਾਏ ਸਨ ਤੇ ਬੜੇ ਚੰਗੇ ਭਾਗ ਸਮਝੇ ਜਾਂਦੇ ਸੀ। ਜਿਹੜਾ ਗੁਰੂ ਕਾ ਨਿਕਟ ਵਰਤੀ ਸਿੱਖ ਕਿਸੇ ਦੇ ਘਰ ਜਾਵੇ, ਉਹ ਸਿੱਖ ਆਸ਼ਾ ਕਰ ਉੱਠਦੇ ਸਨ ਕਿ ਚੰਗੇ ਭਾਗਾਂ ਨਾਲ ਗੁਰੂ ਕੇ ਸਿੱਖ ਦਾ ਦਰਸ਼ਨ ਹੋਇਆ।
ਦਇਆ ਕਰੀ ਦਰਸ਼ਨ ਦੀ ਅੰਨ, ਤੁਸੀਂ ਬੜੀ ਦਇਆ ਕੀਤੀ, ਤਰਸ ਕੀਤਾ ਜੇ ਕਿ ਆ ਕੇ ਮੇਰੇ ਘਰ ਵਿੱਚ ਦਰਸ਼ਨ ਦਿੱਤਾ ਹੈ। ਕੌਣ ਕਾਜ ਮੁਖ ਕਰੋ ਬਖਾਨੋ, ਤੁਹਾਨੂੰ ਕੀ ਕੰਮ ਹੈ, ਕਿਸ ਕਾਰਜ ਵਾਸਤੇ ਆਏ ਹੋ, ਆਪਣੇ ਮੁਖ ਤੋਂ ਦੱਸਣਾ ਕਰੋ। ਕਹਿਓ ਕਪੂਰ ਦਿਓ ਕਿਆ ਕਰੈ, ਮੋਹਿ ਗੁਰ ਪਠਿਓ ਨਾ ਢਿਗ ਕੁਛ ਥਿਰੈ। ਜਿਹੜਾ ਕਪੂਰ ਦਿਓ ਸਿੱਖ ਸਾਹਿਬਾਂ ਦਾ ਘੱਲਿਆ ਸੀ, ਉਹ ਕਹਿਣ ਲੱਗਾ ਕਿਆ ਕਰੇ, ਤੂੰ ਕੀ ਕਰਦਾ ਫਿਰਦਾ, ਕਦੀ ਸਫਾਂ ਜੀਆਂ ਬਣਾਉਣ ਲੱਗ ਪੈਂਦਾ, ਦਰੀਆਂ ਤਿਆਰ ਕਰਨ ਲੱਗ ਪੈਂਦਾ, ਕਦੀ ਕੋਈ ਨਾ ਕੋਈ ਸਮਾਨ ਘਰ ਢੋਣ ਲੱਗ ਪੈਂਦਾ ਹੈ, ਆਪਣੀ ਦੁਨੀਆ ਵਿੱਚ ਰੁੱਝਾ ਹੋਇਆ ਹੈ। ਕਿਆ ਕਰੇ, ਇਹ ਕੀ ਕਰਦਾ ਫਿਰਦਾ ਹੈ, ਮੈਨੂੰ ਗੁਰੂ ਨੇ ਪੱਠਿਓ ਭੇਜਿਆ ਹੈ ਤੇ ਨਾ ਢਿੱਕ ਕੁਝ ਥਿਰੇ, ਤੂੰ ਥੋੜਾ ਸਮਾਂ ਵੀ ਮੇਰੇ ਪਾਸ ਬੈਠਦਾ ਨਹੀਂ ਹੈ। ਘਰ ਆਏ ਮਹਿਮਾਨ ਦੇ ਕੋਲ ਬੈਠਣਾ ਚਾਹੀਦਾ ਹੈ। ਇਹ ਸਮਾਜਿਕ ਰੀਤੀ ਹੈ ਕਿ ਆਏ ਗਏ ਮਹਿਮਾਨ ਪ੍ਰਾਹੁਣੇ ਕੋਲ ਬੈਠੋ, ਪਰ ਤੂੰ ਤਾਂ ਮੇਰੇ ਪਾਸ ਕੋਈ ਬੈਠਦਾ ਨਹੀਂ ਹੈ। ਕਹਿਤ ਪਇਓ ਇਹ ਕਾਜ ਜ਼ਰੂਰ, ਰਹੋ ਨਿਸਾ ਸਭ ਤੋਰ ਹਦੂਰ। ਭਾਈ ਸੰਬਨ ਜੀ ਕਹਿਤ ਭਾਈ ਆਖਣ ਲੱਗਾ, ਕਹਿੰਦਾ ਹੋਇਆ ਬੋਲਿਆ ਕਿ ਇਹ ਕਾਜ ਜ਼ਰੂਰ, ਜਿਹੜਾ ਮੈਂ ਕੰਮ ਕਰਦਾ ਫਿਰਦਾ ਨਾ ਬੜਾ ਜ਼ਰੂਰੀ ਹੈ ਸਿੱਖਾ, ਇਹ ਮੇਰੇ ਕਰਨ ਵਾਲਾ ਹੀ ਹੈ। ਰਹੋ ਨਿਸਾ ਸਭ ਤੋਰ ਹਦੂਰ, ਤੇ ਸਾਰੀ ਰਾਤ ਨਾ ਮੈਂ ਤੇਰੇ ਹਦੂਰ ਤੇਰੇ ਕੋਲ ਹੀ ਰਹਿਣਾ ਕਰਾਂਗਾ, ਤੇਰੀ ਸੇਵਾ 'ਚ ਸਾਰੀ ਰਾਤ ਹੀ ਹਾਜ਼ਰ ਰਵਾਂਗਾ। ਪਰ ਹੁਣ ਜਿਹੜੀ ਕਾਰ ਵਿਹਾਰ ਕਿਰਤ ਮੈਂ ਕਰ ਰਿਹਾ ਉਹ ਬੜੀ ਜ਼ਰੂਰੀ ਹੈ। ਸਭ ਦਿਨ ਮਹਿ ਤੰਦਾ ਕਰ ਲੀਨ, ਨਿਸ ਮਹਿ ਸੁਤ ਪਿਤ ਕੀਰਤਨ ਕੀ। ਸਾਰਾ ਦਿਨ ਭਾਈ ਸਾਹਿਬ ਨੇ ਆਪਣੇ ਘਰ ਦਾ ਜਿਹੜਾ ਸੀ ਨਾ ਉਹ ਕੰਮਕਾਰ ਕੀਤਾ। ਧੰਦਾ ਵੀ ਸਿੱਖ ਦਾ ਧਰਮ ਬਣ ਜਾਂਦਾ ਹੈ। ਜਦੋਂ ਧੰਦੇ ਦੇ ਵਿੱਚ ਗੁਰੂ ਦੀ ਮੱਤ ਆ ਜਾਏ ਉਦੋਂ ਧੰਦਾ ਨਹੀਂ ਰਹਿੰਦਾ, ਧੰਦੇ ਦਾ ਅਖਰੀ ਅਰਥ ਦਾ ਜੰਜਾਲ ਹੁੰਦਾ ਹੈ। ਦੁਨੀਆ ਦੇ ਕਾਰ ਵਿਹਾਰ ਫਾਈਆਂ ਹੁੰਦਾ, ਪਰ ਇੱਥੇ ਧੰਦਾ ਤੋਂ ਭਾਵ ਜਦੋਂ ਭਾਈ ਸਾਹਿਬ ਜੀ ਨੇ ਉਹ ਧੰਦਾ ਜਿਹੜਾ ਧਰਮ ਬਣਾ ਰੱਖਿਆ ਸੀ ਉਹ ਸਾਰਾ ਕਰ ਲਿਆ। ਰਾਤ ਦੇ ਸਮੇਂ ਪਿਓ ਤੇ ਪੁੱਤਰ ਦੋਵੇਂ ਕੀਰਤਨ ਵਿੱਚ ਲੀਨ ਹੋ ਗਏ, ਕੀਰਤਨ ਕੀਤਾ। ਕਰਿਓ ਪ੍ਰਸੰਨ ਰਹੇ ਤਿਸ ਪਾਸ, ਭਈ ਪ੍ਰਾਤ ਜਬ ਉਦਿਓ ਪ੍ਰਕਾਸ਼। ਉਸ ਸਿੱਖ ਦੇ ਪਾਸ ਰਹਿ ਕੀਰਤਨ ਕੀਤਾ, ਬਾਣੀ ਸੁਣਾਈ, ਸਿੱਖ ਨੂੰ ਬੜਾ ਪ੍ਰਸੰਨ ਕੀਤਾ। ਜਦੋਂ ਪ੍ਰਾਤ ਹੋਈ, ਸਵੇਰ ਹੋਈ ਤੇ ਪ੍ਰਕਾਸ਼ ਉਦੇ ਹੋਇਆ, ਸੂਰਜ ਜਦੋਂ ਚੜ੍ਹਿਆ ਤਹਾਂ ਤਾਰ ਵੀ ਲੀਨ ਸਮਾਲ, ਪੀਛੇ ਪਰੀ ਗੁਹਾਰ ਵਿਸਾਲ। ਤੇ ਉੱਥੇ ਧਾੜਵੀ ਕਹਿੰਦੇ ਨੇ ਡਾਕੂਆਂ ਨੂੰ ਜਿਹੜੇ ਮਾਰਨ ਧਾੜਾਂ ਕਰਦੇ ਸਨ, ਲੁਟੇਰਿਆਂ ਦੀ ਧਾੜ ਆ ਕੇ ਪੈ ਗਈ। ਉਹਨਾਂ ਨੇ ਨਗਰ ਵਿੱਚੋਂ ਮਾਲ ਲੁੱਟ ਲਿਆ ਤੇ ਉਹਨਾਂ ਦੇ ਪਿੱਛੇ ਫਿਰ ਜਿਹੜੀ ਗੁਹਾਰ ਸੀ ਨਾ ਉਹ ਲੱਗ ਗਈ। ਗੁਹਾਰ ਕਹਿੰਦੇ ਸਨ ਵੀਰ ਨੂੰ, ਜਦੋਂ ਲੋਕ ਪਿੰਡਾਂ ਦੇ ਇਕੱਠੇ ਹੋ ਕੇ ਪਿੱਛੇ ਲੱਗ ਪੈਂਦੇ ਸੀ ਤੇ ਵੱਡੇ ਸਾਰੇ ਇਕੱਠ ਨੂੰ ਵਹੀਰ ਆਖਿਆ ਜਾਂਦਾ ਸੀ, ਕੋਈ ਨੂੰ ਗੁਹਾਰ ਕਹਿੰਦਾ ਸੀ। ਸੋ ਜਦੋਂ ਇਹ ਲੁਟੇਰੇ ਸਮਾਨ ਲੁੱਟ ਕੇ ਨੱਠੇ ਤੇ ਲੋਕ ਇਹਨਾਂ ਦੇ ਪਿੱਛੇ ਲੱਗ ਗਏ। ਵਿੱਚ ਸੰਮਨ ਕੋ ਸੁਤ ਚੱਲ ਗਇਓ, ਗੋਰੀ ਲੱਗੀ ਮ੍ਰਿਤਕ ਸੋ ਭਇਓ। ਤੇ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਪਿੱਛੇ ਚੋਰਾਂ ਲੁਟੇਰਿਆਂ ਡਾਕੂਆਂ ਦਾ ਪਿੱਛਾ ਕਰਦੇ ਪਏ ਸੀ ਉਹਨਾਂ ਨੂੰ ਫੜਨ ਵਾਸਤੇ, ਉਹਨਾਂ ਦੇ ਵਿੱਚ ਹੀ ਭਾਈ ਸੰਮਨ ਦਾ ਪੁੱਤਰ ਵੀ ਚੱਲ ਕਰਕੇ ਗਿਆ। ਉੱਥੇ ਉਹਨਾਂ ਦੁਸ਼ਟਾਂ ਨੇ ਕਿਤੇ ਗੋਲੀ ਚਲਾ ਦਿੱਤੀ, ਗੋਰੀ ਲੱਗੀ ਮ੍ਰਿਤਕ ਸੋ ਪਇਓ। ਗੋਲੀ ਜਿਹੜੀ ਸੀ ਉਹ ਲੱਗ ਗਈ ਭਾਈ ਸਾਹਿਬ ਦੇ ਬੇਟੇ ਭੁਜੰਗੀ ਨੂੰ, ਭਾਈ ਸੰਮਨ ਦੇ ਪੁੱਤਰ ਨੂੰ। ਸੋ ਉਹ ਮ੍ਰਿਤਕ ਸੋ ਭਇਓ, ਚੱਲ ਵਸਿਆ, ਕਾਲ ਚਲਾਣਾ ਕਰ ਗਿਆ। ਕਰ ਰਾਖਿਓ ਬਹੁ ਕਸ਼ਟ ਤੇ ਕਾਸ਼ਟ ਤਿਆਰੀ, ਸੋਲੇ ਕਰ ਸੁਤ ਚਿਖਾ ਸਵਾਰੀ। ਤੇ ਕਰ ਰਾਖਿਓ ਬਹੁ ਕਾਸ਼ਟ ਤਿਆਰੀ, ਭਾਈ ਸਾਹਿਬ ਜੀ ਨੇ ਜਿਹੜੀ ਕਾਸ਼ਟ ਬਾਲਣ ਦੀ ਤਿਆਰੀ ਕਰਕੇ ਰੱਖੀ ਸੀ ਨਾ ਘਰ ਵਿੱਚ ਲੱਕੜਾਂ ਦੀ, ਸੋ ਲੈ ਕਰ ਸੁਤ ਚਿਖਾ ਸਵਾਰੀ, ਉਹ ਲੱਕੜਾਂ ਬਾਲਣ ਲੈ ਕਰਕੇ ਤੇ ਪੁੱਤਰ ਦੀ ਚਿਖਾ ਜਿਹੜੀ ਸੀ ਤਿਆਰ ਕਰ ਦਿੱਤੀ। ਤੇ ਉਚਵਾਏ ਜਬਹਲੇ ਚਾਲੇ, ਸੰਮਨ ਕੀਰਤਨ ਕਰਤ ਵਿਸਾਲੇ। ਜਦੋਂ ਪੁੱਤਰ ਦੀ ਅਰਥੀ ਉਠਾ ਕਰਕੇ ਚਾਲਾ ਪਾਇਆ ਸ਼ਮਸ਼ਾਨ ਭੂਮੀ ਵੱਲ ਨੂੰ, ਤੇ ਭਾਈ ਸੰਮਨ ਦੇ ਚਿਹਰੇ ਤੇ ਕੋਈ ਗਿਲਾ, ਕੋਈ ਸ਼ਿਕਵਾ, ਕੋਈ ਦੁੱਖ, ਕੋਈ ਸ਼ਿਕਨ ਨਹੀਂ ਨਜ਼ਰ ਆਉਂਦਾ, ਸਗੋਂ ਮਾਲਕ ਦੀ ਯਾਦ ਵਿੱਚ ਭਿੱਜੇ ਕੀਰਤਨ ਕਰ ਰਹੇ ਨੇ।
ਕੀਰਤਨ ਕਰਦੇ ਹੋਏ ਭਾਈ ਸਾਹਿਬ ਜੀ ਨਾਲ ਚੱਲੇ। ਸੁਤ ਮ੍ਰਿਤ ਕੇ ਆਗੇ ਚਲ ਗਇਓ, ਕਾਸ਼ਟ ਸੰਗ ਦਾਹ ਕਰ ਦਇਓ। ਭਾਈ ਸਾਹਿਬ ਜੀ ਆਪਣੇ ਪੁੱਤਰ ਦੀ ਅਰਥੀ ਦੇ ਅੱਗੇ ਅੱਗੇ ਕੀਰਤਨ ਕਰਦਾ ਗੁਰੂ ਕੀ ਬਾਣੀ ਪੜ੍ਹਦਾ ਹੋਇਆ ਚੱਲ ਕਰਕੇ ਸ਼ਮਸ਼ਾਨ ਭੂਮੀ ਤੱਕ ਗਿਆ ਤੇ ਲੱਕੜਾਂ ਦੀ ਬਣਾਈ ਹੋਈ ਚਿਖਾ ਦੇ ਉੱਪਰ ਰੱਖ ਕਰਕੇ ਸਰੀਰ ਜਿਹੜਾ ਸੀ ਉਹ ਦਾਹ ਕਰ ਦਿੱਤਾ, ਸੰਸਕਾਰ ਕਰ ਦਿੱਤਾ। ਨਰਪਤ ਰਾਵਨ ਕੋ ਜਬ ਆਏ, ਸਫ ਸਤਰੰਜੀ ਦੀਨ ਡਸਾਏ। ਜਦੋਂ ਲੋਕ ਬਤਰਾਵਨ ਵਾਸਤੇ ਆਏ, ਪਰਚਾਉਣੀ ਵਾਸਤੇ, ਅਫਸੋਸ ਕਰਨ ਦੇ ਲਈ ਲੋਕ ਘਰ ਵਿੱਚ ਆਉਣਾ ਹੀ ਸੀ ਅਸਕਰ। ਸੋ ਜਦੋਂ ਲੋਕ ਆਏ, ਰਿਸ਼ਤੇਦਾਰ ਸੰਬੰਧੀ ਸੱਜਣ ਮਿੱਤਰ, ਭਾਈ ਸਾਹਿਬ ਜੀ ਬੜੇ ਪਿਆਰ ਵਾਲੇ ਸਨ, ਸਾਰਿਆਂ ਦਾ ਸਨੇਹ ਸੀ ਭਾਈ ਸਾਹਿਬ ਨਾਲ। ਜਦੋਂ ਆਏ ਨੇ ਲੋਕ ਅਫਸੋਸ ਜ਼ਾਹਰ ਕਰਨ ਵਾਸਤੇ, ਤੇ ਉਹ ਜਿਹੜੀ ਸਫ ਸੀ ਨਾ ਸਤਰੰਜੀ, ਜਿਹੜੀ ਚਟਾਈ ਭਾਈ ਸਾਹਿਬ ਨੇ ਤਿਆਰ ਕੀਤੀ ਸੀ, ਦੀਨ ਡਸਾਇਓ, ਬੈਠਣ ਵਾਸਤੇ ਥੱਲੇ ਵਿਛਾ ਦਿੱਤੀ। ਬਿਖਤ ਕਪੂਰ ਦਿਓ ਬਿਸਮਾਇਓ, ਕਹਿਓ ਜੇ ਤੈ ਪੂਰਬ ਲਖ ਪਾਇਓ। ਕਪੂਰ ਦਿਓ, ਇਹ ਸਾਰਾ ਕੁਛ ਵੇਖ ਕਰਕੇ ਨਾ, ਇਹ ਸਾਰੀ ਖੇਡ, ਇਹ ਸਾਰਾ ਕੌਤਕ ਬਿਸਮਾਇਓ, ਬੜਾ ਹੈਰਾਨ ਅਚਰਜ ਹੋਇਆ ਤੇ ਨਾ ਕਹਿਣ ਤੋਂ ਝਿਜਕਿਆ, ਕਹਿ ਹੀ ਦਿੱਤਾ ਭਾਈ ਸਾਹਿਬ ਨੂੰ। ਕੀ ਆਖਿਆ ਨੇ? ਕਹਿਣ ਲੱਗਾ, ਸਿਖਾ ਜੇ ਤੈਂ ਪੁਰਬ ਲੱਖ ਪਾ, ਜੇ ਤੂੰ ਪਹਿਲਾਂ ਇਸ ਗੱਲ ਨੂੰ ਜਾਣਦਾ ਸੀ। ਲੱਖ ਲੈਣ ਦਾ ਅਰਥ ਕੀ? ਜਾਣ ਲੈਣਾ, ਸਮਝ ਲੈਣਾ। ਜੇਕਰ ਤੂੰ ਪਹਿਲਾਂ ਹੀ ਇਸ ਗੱਲ ਨੂੰ ਜਾਣ ਲਿਆ ਸੀ, ਜੇਕਰ ਤੈਨੂੰ ਪਹਿਲਾਂ ਪਤਾ ਸੀ, ਤੇ ਜਾਚ ਲੇਤ ਸੁਤ ਬੈਸ, ਜੀਵਤ ਰਹਿਤ ਸੁਬਰ ਤੇ ਜੈਸ। ਤੇ ਫਿਰ ਤੂੰ ਗੁਰੂ ਸਾਹਿਬ ਜੀ ਦੇ ਕੋਲੋਂ ਆਪਣੇ ਪੁੱਤਰ ਦੀ ਬੈਸ ਉਮਰ ਜਿਹੜੀ ਸੀ ਨਾ, ਜਾਚ ਲੈ ਤੇ ਮੰਗ ਲੈਨੋ। ਮੰਗ ਲੈਣੀ ਚਾਹੀਦੀ ਸੀ, ਗੁਰੂ ਕੋਲ ਤਾਂ ਸਭ ਕੁਛ ਹੈ। ਸਤਿਗੁਰੂ ਦੇ ਕੋਲੋਂ ਤੂੰ ਆਪਣੇ ਪੁੱਤਰ ਦੀ ਜ਼ਿੰਦਗੀ ਮੰਗ ਲੈਣੀ ਸੀ, ਉਮਰ ਮੰਗ ਲੈਣੀ ਸੀ, ਜਿਸ ਕਰਕੇ ਤੇਰਾ ਪੁੱਤਰ ਗੁਰੂ ਸਾਹਿਬ ਦੇ ਵਾਰ ਬਚਨ ਨਾਲ ਜੀਵਤ ਰਹਿਤ ਜਿਉਂਦਾ ਰਹਿੰਦਾ। ਭਾਵ ਕਿ ਤੇਰਾ ਪੁੱਤਰ ਨਾ ਚੱਲ ਵਸਦਾ ਤੇ ਸਤਿਗੁਰੂ ਸਾਹਿਬ ਜੀ ਵਚਨ ਕਰ ਦਿੰਦੇ, ਤੇ ਸਾਹਿਬਾਂ ਦੇ ਵਚਨ ਵਰ ਦੇ ਨਾਲ ਤੇਰਾ ਬੱਚਾ ਜਿਹੜਾ ਸੀ ਉਹ ਜਿਉਂਦਾ ਰਹਿੰਦਾ, ਉਹ ਮੌਤ ਦੇ ਮੂੰਹ ਵਿੱਚ ਨਾ ਜਾਂਦਾ। ਸੰਮਨ ਕਹਿਓ ਸਰੀਰ ਅਨਿਤ, ਇਨ ਬਿਨ ਸਨ ਅਚਰਜ ਨਹਿ ਮਿਤ। ਤੇ ਭਾਈ ਸੰਮਨ ਜਿਹੜਾ ਪਾਰਦਰਸ਼ੀ ਗੁਰਸਿੱਖ ਸੀ, ਇਹ ਆਤਮਾ ਦਾ ਸੁਭਾਅ ਜਾਣਨ ਵਾਲਾ ਆਤਮ ਗਿਆਨੀ ਸਿੱਖ ਸੀ। ਇਹਨੂੰ ਪਤਾ ਸੀ ਕਿ ਸਰੀਰਾਂ ਦੇ ਵਿੱਚ ਆਤਮਾ ਕਿਵੇਂ ਆਉਂਦੀਆਂ, ਕਿਵੇਂ ਪ੍ਰਵਾਜ ਕਰ ਜਾਂਦੀਆਂ ਨੇ। ਮਾਤ ਪਿਤਾ ਬੰਤਾ ਸੁਤ ਬੰਧਵ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਿ ਕੋ ਨਾ ਸਹਾਇ। ਇਸ ਸਿਧਾਂਤ ਨੂੰ ਅਮਲੀ ਰੂਪ ਵਿੱਚ ਉਹ ਸਮਝ ਚੁੱਕਾ ਸੀ, ਵੇਖ ਚੁੱਕਾ ਸੀ ਕਿ ਸਰੀਰਾਂ ਦਾ ਸੰਬੰਧ ਕਿਵੇਂ ਬਣਦਾ ਹੈ, ਸਰੀਰ ਕਿਵੇਂ ਇਕੱਠੇ ਹੁੰਦੇ ਨੇ ਤੇ ਸਮਾਂ ਪੁੱਗ ਜਾਣ ਤੇ ਸਰੀਰ ਕਿਵੇਂ ਵਿਛੜ ਜਾਂਦੇ ਨੇ। ਉਹ ਇਸ ਪਰਮਾਤਮਾ ਦੀ ਖੇਡ ਨੂੰ ਜਾਣ ਚੁੱਕਾ ਸੀ ਤੇ ਉਸਨੇ ਭਾਈ ਕਪੂਰ ਦਿਓ ਦੇ ਤਾਂ ਹੀ ਹੌਸਲਾ ਦੇਂਦੇ ਆਖਿਆ। ਕਹਿਣ ਲੱਗਾ, ਭਾਈ ਸੰਮਨ ਸਰੀਰ ਅਨਿਤ, ਸਰੀਰ ਜਿਹੜੇ ਨੇ ਭਾਈ ਸਾਹਿਬ ਅਨਿਤ ਨੇ, ਦੇਹ ਅਨਿਤ ਨਾ ਨਿਤ ਰਹੈ। ਸਰੀਰ ਜਿਹੜਾ ਨਿਤ ਹੈ, ਸਦਾ ਰਹਿਣ ਵਾਲਾ ਨਹੀਂ, ਕਲਗੀਧਰ ਪਾਤਸ਼ਾਹ ਵੀ ਕਹਿੰਦੇ। ਸੋ ਸਾਹਿਬਾਂ ਨੇ ਜਦੋਂ ਆਪ ਸਰੀਰ ਛੱਡਣਾ ਸੀ, ਸਿੱਖ ਜਦੋਂ ਵਿਰਾਗ ਕਰਦੇ ਸਨ, ਸਤਿਗੁਰ ਹੇਰ ਖਾਲਸੇ ਓਰੀ, ਜਿਨੋਂ ਤ੍ਰਿਗਨ ਤੇ ਆਂਸੂ ਛੋਰੀ, ਮਮ ਸਰੂਪ ਕੇ ਪ੍ਰੇਮੀ ਮਾਹਾ, ਸਰਬ ਤਿਆਗੇ ਪਹੁੰਚੇ ਹਾਂ। ਸਾਹਿਬਾਂ ਜਦੋਂ ਵੇਖਿਆ ਸਿੰਘਾਂ ਦੇ ਨੇਤਰਾਂ ਵਿੱਚੋਂ ਛਮ ਛਮ ਜਲ ਵਗਦਾ, ਸਾਡੇ ਸਰੂਪ ਦੇ ਬੜੇ ਪਿਆਰੇ ਹਨ, ਸਾਰਾ ਕੁਛ ਛੱਡ ਕਰਕੇ ਐਡੀ ਦੂਰ ਇੱਥੇ ਦੱਖਣ ਵਿੱਚ ਪਹੁੰਚੇ ਨੇ। ਤਬ ਸਾਦਰ ਸਭ ਨਿਕਟ ਬਿਠਾਏ, ਸਾਹਿਬਾਂ ਨੇ ਕੋਲ ਬਿਠਾਏ ਤੇ ਨਾਲ ਬਚਨ ਕੀਤੇ, ਕਹਿਓ ਸ਼ੋਕ ਨਹਿ ਕਰਿਓ ਪਿਆਰੇ। ਸਾਡੇ ਪਿਆਰੇ ਗੁਰਸਿੱਖੋ, ਸ਼ੋਕ ਨਾ ਕਰੋ, ਦੁੱਖ ਨਾ ਮਨਾਓ। ਅਸਥੂਲ ਸਰੀਰ ਸੰਜੋਗ ਵਿਜੋਗ, ਈਸ਼ਰ ਨੇਤ 14 ਲੋਕ। ਜਿਹੜੇ ਆ ਸਥੂਲ ਸਰੀਰ ਨੇ, ਇਹਨਾਂ ਦਾ ਸੁਭਾਅ ਹੀ ਐਸਾ ਹੈ, ਇਹ 14 ਲੋਕਾਂ ਦੀ ਖੇਡ ਦੇ ਵਿੱਚ ਕਦੀ ਮਿਲ ਗਏ, ਕਦੀ ਵਿਛੜ ਗਏ। ਸੋ ਇਸ ਵਾਸਤੇ ਤਨ ਸਨੇਹ ਨਾ ਨਿਭ ਹੈ ਕਿਉਂ ਹੋ, ਸਿਕਤਾ ਸਦਨ ਨਦੀ ਟੱਟ ਜਿਉਂ ਹੋ। ਸਿੱਖੋ, ਸਰੀਰਾਂ ਦਾ ਮਿਲਾਪ ਤੇ ਸਰੀਰਾਂ ਦਾ ਮੋਹ, ਸਰੀਰਾਂ ਦਾ ਪਿਆਰ ਸਦੀਵੀ ਨਹੀਂ ਨਿਭਦਾ। ਸਰੀਰ ਮਿਲਦੇ ਨੇ, ਸਰੀਰ ਵਿਛੜ ਜਾਂਦੇ ਨੇ। ਇਹ ਤਾਂ ਇਸ ਤਰ੍ਹਾਂ ਹੈ, ਸਿਕਤਾ ਸਦਨ ਨਦੀ ਤੱਟ ਜਿਉਂ ਹੈ।
ਜਿਵੇਂ ਸਿਕਤਾ ਰੇਤਾ ਦਾ ਘਰ ਨਦੀ ਦੇ ਕਿਨਾਰੇ ਹੁੰਦਾ ਤੇ ਪਤਾ ਨਹੀਂ ਕਦੋਂ ਨਦੀ ਦੀ ਲਹਿਰ ਆਈ ਤੇ ਉਹ ਘਰ ਢਹਿ ਜਾਂਦਾ। ਇਸੇ ਤਰ੍ਹਾਂ ਹੀ ਇਹ ਸਰੀਰ ਜਿਹੜਾ ਨਾ ਇਹ ਨਦੀ, ਸੰਸਾਰ ਰੂਪੀ ਨਦੀ ਦੇ ਕਿਨਾਰੇ ਤੇ ਰੇਤਾ ਦਾ ਘਰ ਹੈ। ਬਾਰੂ ਕੀ ਭੀਤ ਤਾਈਏ ਸਾਹਿਬਾਂ ਕਿਹਾ ਹੈ। ਸੋ ਪਤਾ ਨਹੀਂ ਕਦੋਂ ਕਾਲ ਦੀ ਲਹਿਰ ਆਵੇ, ਕਾਲ ਦੀ ਛੱਲ ਆਵੇ ਤੇ ਇਹਨੂੰ ਢਹਿ ਢੇਰੀ ਕਰ ਦਵੇ। ਇਸ ਵਾਸਤੇ ਸਾਹਿਬਾਂ ਨੇ ਆਖਿਆ ਕਿ ਸਿੰਘੋ ਅਸਥੂਲ ਸਰੀਰ ਸੰਜੋਗ ਵਿਜੋਗ ਇਹਨਾਂ ਦੇ ਮਿਲਾਪ ਤੇ ਵਿਛੋੜੇ ਹੁੰਦੇ ਰਹਿੰਦੇ ਨੇ। ਈਸ਼ਰ ਨੇਤ 14 ਲੋਕ ਨਿਸ਼ਚਾ ਸ਼ਬਦ ਰਿਦਾ ਹੈ ਮੇਰੋ ਤੇ ਸੋ ਮਿਲੀਏ ਸਾਂਝ ਸਵੇਰੋ। ਸਾਡਾ ਅਸਲੀ ਸਰੂਪ ਕਿਹੜਾ ਹੈ, ਸਾਡਾ ਹਿਰਦਾ ਕਿਹੜਾ ਹੈ, ਉਹ ਹੈ ਸ਼ਬਦ। ਗੁਰੂ ਕੀ ਬਾਣੀ ਸਾਡਾ ਹਿਰਦਾ, ਸਾਡਾ ਅਸਲੀ ਸਰੂਪ ਹੈ। ਗੁਰੂ ਕੀ ਬਾਣੀ ਦੇ ਨਾਲ ਰਾਤ ਦਿਨ ਜੁੜੇ ਰਹਿਣਾ। ਜੋ ਭਾਵਨਾ ਕਰੋਗੇ ਗੁਰੂ ਕੀ ਬਾਣੀ ਤੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਤੁਹਾਡੀ ਪੂਰੀ ਹੋਵੇਗੀ। ਭਾਈ ਸੰਮਨ ਨੂੰ ਇਹ ਸਾਰੀ ਖੇਡ ਸਮਝ ਪੈ ਚੁੱਕੀ ਸੀ ਤੇ ਉਸ ਕਪੂਰ ਦੇ ਉਸ ਸਿੱਖ ਨੂੰ ਸਮਝਾਇਆ, ਸਿੱਖਾ ਸਰੀਰ ਅਨਿਤ, ਸਰੀਰ ਜਿਹੜੇ ਅਨਿਤ ਹੁੰਦੇ ਹਨ, ਸਦਾ ਨਿਤ ਰਹਿਣ ਵਾਲੇ ਨੇ, ਟਿਕਣ ਵਾਲੇ ਨੇ, ਨਿਸ਼ਵਰ ਹਨ। ਇਨ ਬਿਨਸਨ ਅਸਚਰਜ ਨਹਿ ਮਿਤ। ਹੈ ਮੇਰੇ ਮਿੱਤਰ, ਇਹ ਮੇਰੇ ਭਰਾ, ਜਦੋਂ ਸਰੀਰ ਬਿਨਸ ਜਾਣ ਨਾ ਉਦੋਂ ਅਚਰਜਤਾਈ ਨਹੀਂ ਮੰਨੀ ਦੀ। ਇਹਨਾਂ ਦੇ ਵਿੱਚ ਕਾਹਦੀ ਅਚਰਜਤਾਈ ਹੈ? ਸਰੀਰ ਬਣਿਆ ਤੇ ਸਰੀਰ ਢਹਿ ਗਿਆ। ਮਾਲਕ ਦੀ ਰਜ਼ਾ ਵਿੱਚ ਬਣਿਆ, ਮਾਲਕ ਦੀ ਰਜ਼ਾ ਵਿੱਚ ਹੀ ਉਹ ਢਹਿ ਗਿਆ। ਇਸ ਵਾਸਤੇ ਇਹਦੇ ਵਿੱਚ ਅਚਰਜਤਾਈ ਨਹਿ, ਅਚਰਜ ਨਹਿ, ਕਾਹਦੀ ਅਚਰਜਤਾਈ ਕਰਨੀ? ਹੈਰਾਨ ਕਿਉਂ ਹੋਣਾ, ਪਛਤਾਵਾ ਕਿਉਂ ਕਰਨਾ ਹੈ? ਤਨ ਬਿਨ ਸੇ ਜੋ ਸ਼ੋਕ ਕਰਨ ਤੇ ਤਿਨ ਸਮ ਮੂਰਖ ਅਪਰ ਨ ਜੰਤੇ। ਤੇ ਜਦੋਂ ਤਨ ਬਿਨਸ ਜਾਏ, ਸਰੀਰ ਦੇ ਬਿਨਸਣ ਤੇ ਜਿਹੜੇ ਲੋਕ, ਜਿਹੜੇ ਜੀਵ ਸ਼ੋਕ ਕਰਦੇ ਨਾ ਰਿਸ਼ਤੇਦਾਰਾਂ ਸੰਬੰਧੀਆਂ ਦੇ ਚਲੇ ਜਾਣ ਤੋਂ ਬਾਅਦ, ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਨੇ ਵੀ ਉਹ ਬਚਨ ਕਹੇ ਕਿ ਤੁਸੀਂ ਰੋਵੋ ਰੋਵਣੇ ਆਇਓ ਝੂਠ ਮੁੱਠੀ ਕੁੜਿਆਰੇ। ਤੁਹਾਡਾ ਰੋਣਾ ਵੀ ਝੂਠਾ ਹੈ। ਰੋਂਦੀਆਂ ਹਨ ਬੀਬੀਆਂ ਨਾਮ ਲੈ ਲੈ ਕੇ ਪ੍ਰਾਣੀ ਜਿਹੜਾ ਜਾ ਚੁੱਕਾ ਹੁੰਦਾ। ਸੋ ਤਨ ਬਿਨਸੇ ਜੋ ਸ਼ੋਕ ਕਰਨ ਤੇ, ਸਰੀਰ ਦੇ ਬਿਨਸ ਜਾਣ ਤੇ ਜਿਹੜੇ ਜੀਵ ਸ਼ੋਕ ਕਰਦੇ, ਗਮ ਕਰਦੇ, ਦੁੱਖ ਮਨਾਉਂਦੇ ਨੇ। ਤਿੰਨ ਸਮ ਮੂਰਖ ਅਪਰ ਨਾ ਜੰਤੇ। ਜੰਤ ਕਹਿੰਦੇ ਜੀਵਾਂ ਨੂੰ, ਉਹਨਾਂ ਦੇ ਸਮ, ਉਹਨਾਂ ਦੇ ਵਰਗਾ, ਉਹਨਾਂ ਦੇ ਬਰਾਬਰ ਕੋਈ ਹੋਰ ਮੂਰਖ ਨਹੀਂ ਹੋ ਸਕਦਾ। ਸੋ ਮੂਰਖ ਦਾ ਆਖਰੀ ਅਰਥ ਹੈ ਜਿਹਨਾਂ ਮੂੰਹ ਅੱਗੇ ਰੱਖਿਆ ਹੋਵੇ, ਭਾਵ ਮੂਰਛਿਤ, ਜਿਹੜਾ ਬੇਹੋਸ਼ ਹੋਵੇ, ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਹੋਵੇ, ਉਹਨੂੰ ਮੂਰਖ ਆਖਿਆ ਜਾਂਦਾ ਹੈ। ਸੋ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਉ। ਪਰਮਾਤਮਾ ਦਾ ਨਾਮ ਨਾ ਮੰਨਣ ਵਾਲਾ ਮੂਰਖ ਹੈ। ਸੋ ਉਹਨਾਂ ਦੇ ਵਰਗਾ ਕੋਈ ਹੋਰ ਮੂਰਖ ਨਹੀਂ ਹੋ ਸਕਦਾ। ਜਿਹੜੇ ਸਰੀਰਾਂ ਦੇ ਜਾਣ ਤੇ, ਸਰੀਰ ਨਾਸ਼ ਹੋ ਜਾਣ ਤੇ ਫਿਰ ਰੋਣਾ ਪਿੱਟਣਾ ਕਰਦੇ, ਦੁਖੀ ਹੁੰਦੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਸਮਝਾਇਆ ਸੀ ਸਿੱਖਾਂ ਨੂੰ ਕਿ ਸਿੱਖੋ ਅਸੀਂ ਤਿਆਰੀ ਕਰ ਲਈ ਹੈ। ਤੇ ਅੰਤੇ ਸਤਿਗੁਰ ਬੋਲਿਆ, ਕੀ ਹੁਕਮ ਕੀਤਾ ਮੈਂ ਪਿੱਛੇ? ਕੀਰਤਨ ਕਰਿਓ ਨਿਰਵਾਣ ਜੀਓ, ਸਾਡੇ ਤੋਂ ਬਾਅਦ ਕੀਰਤਨ ਕਰਿਓ। ਕੇਸੋ ਗੋਪਾਲ ਪੰਡਤ ਸੱਜਿਓ, ਹਰ ਹਰ ਕਥਾ ਪੜੇ ਪੁਰਾਣ ਜੀਓ। ਤੇ ਨਾਲ ਬਚਨ ਕੀਤੇ ਸਨ, ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਮਿਤ ਪਹਿਜੇ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੇ। ਇੱਕ ਮਿੱਤਰ ਨੂੰ ਦੂਜਾ ਮਿੱਤਰ ਖੁਸ਼ ਹੋ ਕੇ ਸਰੋਪਾ ਦਵੇ ਤੇ ਤੀਜਾ ਮਿੱਤਰ ਰੋਣ ਬਹਿ ਜਾਵੇ। ਇਹ ਕਿੱਧਰ ਦਾ ਅਸੂਲ ਹੈ? ਇਹ ਕਿੱਧਰ ਦੀ ਸਿਆਣਪ ਹੈ? ਮੇਰਾ ਮਿੱਤਰ ਅਕਾਲ ਪੁਰਖ ਮੈਨੂੰ ਸਰੋਪਾ ਦੇ ਰਿਹਾ ਹੈ, ਮੈਨੂੰ ਨਵਾਜ ਰਿਹਾ ਹੈ, ਤੇ ਤੁਸੀਂ ਮੇਰੇ ਮਿੱਤਰ ਭਰਾ ਧੀਆਂ ਪੁੱਤਰ ਇੱਥੇ ਰੋਣਾ ਧੋਣਾ ਸ਼ੁਰੂ ਕਰ ਦਵੋ। ਇਹ ਠੀਕ ਨਹੀਂ, ਇਹ ਗੁਰਮਤ ਨਹੀਂ ਹੈ। ਸੋ ਸਾਹਿਬ ਸੱਚੇ ਪਾਤਸ਼ਾਹ ਨੇ ਥਾਵਾਂ ਥਾਵਾਂ ਤੇ ਸਮਝਾਇਆ ਕਿ ਸਰੀਰ ਪਰਾਲਬਧ ਦੇ ਅਨੁਸਾਰ ਮਿਲਦੇ ਹਨ। ਪਰਾਲਬਧ ਸਮਾਪਤ ਹੋਣ ਤੇ ਸਰੀਰ ਚਲੇ ਜਾਂਦੇ ਨੇ। ਤੇ ਜਿਹੜੇ ਵਿਰਾਗ ਕਰਦੇ, ਰੋਂਦੇ ਧੋਂਦੇ ਹਨ, ਮਹੀਨਿਆਂ ਬੱਧੀ, ਸਾਲਾਂ ਬੱਧੀ, ਉਹਨਾਂ ਦੇ ਵਰਗਾ ਕੋਈ ਹੋਰ ਮੂਰਖ ਨਹੀਂ ਹੈ। ਗੁਰ ਤੇ ਮੰਗਿਆ ਹੈ ਨਾਮ ਸਹਾਏ, ਜੋ ਪ੍ਰਲੋਕ ਮਹਿ ਸੰਗ ਸਿਧਾਏ। ਭਾਈ ਕਪੂਰ, ਗੁਰੂ ਕੋਲੋਂ ਦਾਤ ਮੰਗੀਏ ਜਿਹੜੇ ਲੋਕ ਤੇ ਪਰਲੋਕ 'ਚ ਸਹਾਇਤਾ ਕਰੇ। ਉਹ ਕੀ ਹੈ? ਉਹ ਹੈ ਨਾਮ। ਨਾਮ ਹੀ ਲੋਕ ਤੇ ਪਰਲੋਕ 'ਚ ਸਹਾਇਤਾ ਕਰਦਾ ਹੈ। ਜੇ ਮਾਰਗ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ।
ਜੇ ਪੈਂਡੇ ਮਹੰਦ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ। ਉੱਥੇ ਨਾਮ ਹੀ ਰੌਸ਼ਨੀ ਹੈ। ਇਸ ਵਾਸਤੇ ਭਾਈ ਗੁਰੂ ਕੋਲੋਂ ਨਾਮ ਮੰਗੀਏ। ਨਾਮ ਹੀ ਸਹਾਇਤਾ ਕਰਦਾ ਹੈ। ਜੋ ਲੋਕ ਪਰਲੋਕ ਮਹਿ ਸੰਗ ਸਦਾਏ, ਜਿਹੜਾ ਪਰਲੋਕ ਦੇ ਵਿੱਚ ਵੀ ਨਾਮ ਨਾਲ ਜਾਂਦਾ ਹੈ, ਨਾਲ ਨਿਭਦਾ ਹੈ, ਉਹ ਨਾਮ ਸਤਿਗੁਰੂ ਦੇ ਪਾਸੋਂ ਮੰਗਤੇ ਬਣ ਕੇ ਮੰਗਣਾ ਕਰੀਏ। ਪਿਤ ਸੁਤ 4 ਦਿਵਸ ਕੀ ਖੇਲ, ਤਨ ਤਤ ਪੰਚ ਵਿਰੋਧੀ ਮੇਲ। ਤੇ ਇਹ ਪੁੱਤਰਤਾ ਤੇ ਪਿਤਾ ਦਾ ਜਿਹੜਾ ਖੇਲ ਹੈ ਨਾ, ਇਹ 4 ਦਿਵਸ ਕੀ ਖੇਲ, ਇਹ 4 ਦਿਨਾਂ ਦੀ ਖੇਡ ਹੈ। ਧੀਆਂ ਦਾ, ਪੁੱਤਰਾਂ ਦਾ ਮਾਂ ਬਾਪ, ਰਿਸ਼ਤੇਦਾਰਾਂ ਦਾ, ਸੰਬੰਧੀਆਂ ਦਾ ਮੇਲ ਮਿਲਾਪ। ਬਾਬਾ ਫਰੀਦ ਸਾਹਿਬ ਨੇ ਤਾਈਏ ਕਿਹਾ ਕਿ ਫਰੀਦਾ ਕਿੱਥੇ ਤੈਡੇ ਮਾਪਿਆ, ਜਿੰਨੀ ਤੂੰ ਜਨਿਓ ਹੈ ਤੈ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਪਤੀ ਨੋ ਹੈ, ਤੂੰ ਅਜੇ ਭਤੀਜਿਆ ਨਹੀਂ, ਤੈਨੂੰ ਯਕੀਨ ਹੀ ਨਹੀਂ ਅਜੇ ਆਇਆ ਕਿ ਮਾਂ ਬਾਪ ਬਜ਼ੁਰਗ ਵਡੇਰੇ ਚਲੇ ਗਏ ਤੇ ਇੱਕ ਦਿਨ ਜਾਣਾ ਹੈ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤਾ ਹੈ ਹਮ ਪੀ ਚਲਣਾ, ਦੂਰ ਗਮਨ ਸਿਰ ਉੱਪਰ ਮਰਨਾ। ਪੈਂਡਾ ਬੜਾ ਦੂਰ ਦਾ ਜਿੱਥੇ ਜਾਣਾ, ਪਰ ਮੌਤ ਸਿਰ ਦੇ ਉੱਪਰ ਮੰਡਰਾ ਰਹੀ ਹੈ। ਅਜੇ ਪੰਧ ਜਿਹੜਾ ਹੈ ਉਹ ਸਫਲ ਨਹੀਂ ਹੋ ਸਕਿਆ, ਪੈਂਡਾ ਪੂਰਾ ਨਹੀਂ ਹੋ ਸਕਿਆ। ਸੋ ਤਨ ਤਤ ਪੰਚ ਵਿਰੋਧੀ ਮੇਲ, ਇਹ ਤਾਂ ਪਰਮਾਤਮਾ ਨੇ ਆਪ ਹੀ ਖੇਡ ਰਚਾਈ ਹੈ ਕਿ 5 ਜਿਹੜੇ ਵਿਰੋਧੀ ਤਤ ਸਨ। ਅੱਗ ਤੇ ਪਾਣੀ ਦਾ ਵਿਰੋਧ ਹੈ, ਨਾਲ ਹਵਾ ਮਿਲ ਜੇ ਤੇ ਹੋਰ ਅੱਗ ਨੂੰ ਭੜਕਾ ਦਿੰਦੀ ਹੈ। ਹਵਾ ਪਾਣੀ ਨਾਲ ਮਿਲ ਜੇ ਤੇ ਵੱਡੀਆਂ ਲਹਿਰਾਂ ਪੈਦਾ ਕਰ ਦਿੰਦੀ ਹੈ। ਵਿਰੋਧੀ ਤੱਤ ਨੇ, ਇਹਨਾਂ ਨੂੰ ਇਕੱਠਿਆਂ ਕਰਕੇ ਪਰਮਾਤਮਾ ਨੇ ਇਹ ਤਨ ਬਣਾਇਆ ਹੈ। 5 ਤੱਤ ਕੋ ਤਨ ਰਚਿਓ, ਜਾਨਹੁ ਚਤੁਰ ਸੁਜਾਨ, ਜਿਹ ਤੇ ਉਪਜਿਆ ਨਾਨਕਾ ਲੀਨ ਤਾਹੇ ਮਹਿਮਾਨ। ਤਨ ਤਤ ਪੰਚ ਵਿਰੋਧੀ ਮੇਲ। ਸੋ 5 ਵਿਰੋਧੀ ਤੱਤਾਂ ਦਾ ਮੇਲ ਇਹ ਸਰੀਰ ਹੈ। ਨਿਜ ਫਲ ਭੋਗੇ ਤੇ ਹੋਏ ਭਿੰਨ, ਕੋਈ ਮਰਹਿ ਨਹੀਂ ਕੋ ਜਨ। ਤੇ ਜਦੋਂ ਇਹ ਤਨ ਆਪਣਾ ਪਰਾਲਬਧ ਅਨੁਸਾਰ ਫਲ ਭੋਗ ਲੈਂਦਾ ਹੈ, ਜਦੋਂ ਸਰੀਰ ਦਾ ਸਮਾਂ ਪੂਰਾ ਹੋ ਜਾਂਦਾ ਹੈ, ਫਿਰ ਸਰੀਰ ਵਿੱਚੋਂ ਆਤਮਾ ਆਪਣੇ ਅਗਲੇ ਰਸਤੇ ਵਾਸਤੇ, ਪੰਧ ਵਾਸਤੇ ਪ੍ਰਵਾਜ ਕਰ ਜਾਂਦੀ ਹੈ। ਆਤਮਾ ਸਰੀਰ ਤੋਂ ਭਿੰਨ ਹੋ ਜਾਂਦਾ, ਵੱਖਰਾ ਹੋ ਜਾਂਦਾ। ਭਾਵ ਇੱਥੇ ਦੱਸਿਆ ਕਿ 5 ਤੱਤ ਵੱਖ ਹੋ ਜਾਂਦੇ ਨੇ। ਨਿਜ ਫਲ ਭੋਗੇ ਤੇ ਹੋਏ ਭਿੰਨ, ਜਦੋਂ ਜੀਵ ਆਪਣਾ ਫਲ ਭੋਗ ਲਵੇ ਉਦੋਂ ਇਹ 5 ਤੱਤ ਵੱਖ-ਵੱਖ ਹੋ ਜਾਂਦੇ ਨੇ। ਕੋਈ ਮਰੇ ਨਹੀਂ ਕੋ ਜਨ, ਕੌਣ ਮਰਦਾ ਤੇ ਕੌਣ ਜੰਮਦਾ ਹੈ। ਨੈ ਸਤਿਗੁਰੂ ਪਾਤਸ਼ਾਹ ਨੇ ਬਾਣੀ ਥਾਵਾਂ ਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ। ਕੌਣ ਮੁਆਰੇ ਕੌਣ ਮੁਆਰੇ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਮਿਲ ਕੇ ਵਿਚਾਰ ਕਰੋ ਕਿ ਕੌਣ ਮਰਿਆ, ਕੋਈ ਨਹੀਂ ਮਰਿਆ। ਨਾ ਕਿਛ ਜਨਮੈ ਨਾ ਕਿਛ ਮਰੈ, ਆਪਨ ਚਲਤੇ ਆਪ ਹੀ ਕਰੇ। ਤਾਂ ਉਹਦੀ ਖੇਡ ਹੈ। ਤੇ ਜਿਹੜਾ ਇਸ ਖੇਡ ਨੂੰ ਸਮਝ ਲੈਂਦਾ ਹੈ ਉਹ ਰੋਂਦਾ ਧੋਂਦਾ ਨਹੀਂ ਹੈ। ਕੋਈ ਮਰੇ ਨਹੀਂ ਕੋ ਜਨ, ਨਾ ਕੋਈ ਜਨਮ ਲੈਂਦਾ ਹੈ ਨਾ ਕੋਈ ਮਰਦਾ ਹੈ। ਬਸ 5 ਤੱਤ ਇਕੱਠੇ ਹੋ ਗਏ ਤੇ ਸਰੀਰ ਬਣ ਗਿਆ। ਸਰੀਰ ਨੇ ਆਪਣਾ ਫਲ ਪਰਾਲਬਧ ਅਨੁਸਾਰ ਭੋਗ ਲਿਆ। 5 ਤੱਤ ਵੱਖ ਹੋ ਗਏ। ਸਰੀਰ ਜਿਹੜਾ ਸੀ ਉਹ 5 ਤੱਤਾਂ ਵਿੱਚ ਮਿਲ ਗਿਆ। ਆਤਮਾ ਜਿਹੜੀ ਸੀ ਉਹ ਆਪਣੇ ਅਗਲੇ ਸਫ਼ਰ ਵਾਲੇ ਪਾਸੇ ਚਲੇ ਗਈ। ਆਪਨ ਸਰੂਪ ਵਿਸਾਰ ਲਹੇ, ਦੁਖ ਗੁਰ ਕੇ ਬਾਗ ਵਿਚਾਰਨ ਤੇ ਸੁਖ। ਤੇ ਜਿਹੜਾ ਮਨੁੱਖ ਆਪਣਾ ਸਰੂਪ ਵਿਸਾਰ ਦਿੰਦਾ ਨਾ, ਜਿਹਦੀ ਆਤਮਾ ਨਾਲ ਕਦੀ ਸਾਂਝ ਨਹੀਂ ਪੈਂਦੀ ਕਿ ਸਰੀਰ ਵਿੱਚ ਆਤਮਾ ਵੀ ਹੈ, ਕੋਈ ਆਤਮਾ ਨਾਮ ਦੀ ਸ਼ੈ ਵੀ ਸਰੀਰ ਵਿੱਚ ਵਸਦੀ, ਕੋਈ ਚੇਤਨਾ ਵੀ ਹੈ, ਕੋਈ ਬ੍ਰਹਮ ਦੀ ਅੰਸ਼ ਵੀ ਹੈ। ਇਹੋ ਜਿਹੇ ਜਿਹੜੇ ਜੀਵ ਆਪਣਾ ਸਰੂਪ ਵਿਸਾਰ, ਆਪਣਾ ਸਰੂਪ ਭੁਲਾਈ ਰੱਖਦੇ, ਸਾਰੀ ਉਮਰ ਜ਼ਿੰਦਗੀ ਪ੍ਰਯੰਤ ਲਹਿ ਦੁੱਖ ਹੀ ਲੈਂਦੇ ਨੇ। ਆਪਣੇ ਸਰੂਪ ਨੂੰ ਭੁਲਾ ਕਰਕੇ ਦੁੱਖ ਸਹੇੜਦੇ ਨੇ। ਗੁਰ ਕੇ ਬਾਕ ਵਿਚਾਰਨ ਤੇ ਸੁਖ, ਸਤਿਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਵਿਚਾਰਨ ਕਰਕੇ, ਕਮਾਉਣ ਕਰਕੇ ਹੀ ਉਹਨਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਿਤ ਆਪ ਹੀ ਕਰੈ। ਭਾਈ ਸਾਹਿਬ ਜੀ ਨੇ ਪਾਵਨ ਗੁਰਬਾਣੀ ਦਾ ਬਚਨ ਉਚਾਰਨ ਕੀਤਾ ਕਿ ਨਾ ਕੁਛ ਜਨਮਦਾ ਤੇ ਨਾ ਕੁਛ ਮਰਦਾ, ਤਾਂ ਮਾਲਕ ਦਾ ਚਲਤ ਹੁੰਦਾ ਹੈ ਕੌਤਕ। ਖੇਡ ਤੇ ਖੇਡ ਦਾ ਕਦੀ ਕੋਈ ਮਕਸਦ ਨਹੀਂ ਹੋਇਆ ਕਰਦਾ। ਅੱਜ ਕੱਲ੍ਹ ਤਾਂ ਲੋਕਾਂ ਨੇ ਮਕਸਦ ਬਣਾ ਨੇ ਨਾ। ਖੇਡ ਤਾਂ ਐ ਜਿਵੇਂ ਜੰਗ ਲੱਗਾ ਹੁੰਦਾ, ਕਿਤੇ ਪਾਕਿਸਤਾਨ ਦਾ ਤੇ ਕਿਤੇ ਹਿੰਦੁਸਤਾਨ ਦਾ ਮੈਚ ਲੱਗਾ ਹੋਵੇ। ਖੇਡਣ ਵਾਲਿਆਂ ਨਾਲੋਂ ਬਾਹਰ ਬੈਠਿਆਂ ਦਾ ਜ਼ਿਆਦਾ ਜ਼ੋਰ ਲੱਗ ਰਿਹਾ ਹੁੰਦਾ। ਫਿਰ ਲੋਕ ਰੋਂਦੇ ਨੇ ਜਦੋਂ ਇੱਕ ਦੂਜੀ ਪਾਰਟੀ ਹਾਰ ਜਾਂਦੀ ਹੈ।
ਇਹ ਕਾਹਦੀ ਖੇਡ ਹੈ ਜਿਹਦੇ ਚ ਰੋਣਾ ਧੋਣਾ? ਖੇਡ ਹੁੰਦੀ ਕੇਵਲ ਮਨੋਰੰਜਨ ਵਾਸਤੇ, ਮਨ ਪਰਚਾਵੇ ਵਾਸਤੇ ਖੇਡ ਹੁੰਦੀ ਹੈ। ਤੇ ਦੋ ਪਾਰਟੀਆਂ ਖੇਡ ਰਹੀਆਂ ਹੋਣ, ਇੱਕ ਨੇ ਤਾਂ ਹਾਰਨਾ ਹੈ। ਸੋ ਮਨੁੱਖ ਨੇ ਕੋਈ ਸਮੇਂ ਵਾਸਤੇ ਉਸ ਖੇਡ ਵਿੱਚੋਂ ਮਨੋਰੰਜਨ ਹਾਸਲ ਕਰਨਾ, ਨਜ਼ਾਰਾ ਲੈਣਾ ਹੈ, ਮਨ ਪਰਚਾਵਾ ਕਰਨਾ ਸੀ, ਪਰ ਉਸ ਖੇਡ ਨੂੰ ਹੀ ਸੱਚ ਸਮਝ ਕਰਕੇ ਉਹਦੇ ਨਾਲ ਜੁੜ ਗਿਆ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਪ੍ਰਮਾਤਮਾ ਦਾ ਚਲਤੇ ਕੌਤਕ ਹੈ, ਇਹ ਖੇਡ ਹੈ ਤੇ ਆਪ ਹੀ ਉਹ ਖੇਡ ਰਚਾਉਣ ਵਾਲਾ ਹੈ। ਉਸ ਦੀ ਖੇਡ ਦੇ ਵਿੱਚ ਉਸ ਦੇ ਹੁਕਮ ਅਨੁਸਾਰ ਹੀ ਸਾਰਾ ਕੁਝ ਚੱਲਦਾ, ਨਾ ਕੁਝ ਜਨਮਦਾ ਹੈ ਤੇ ਨਾ ਕੁਝ ਮਰਦਾ ਹੈ। ਇਹ ਤਾਂ ਉਹਦੀ ਆਪਣੀ ਰਚਾਈ ਹੋਈ ਖੇਡ, ਇਹ ਸਾਰਾ ਕੌਤਕ ਉਹ ਆਪ ਕਰਦਾ ਹੈ। ਇਹੋ ਗੁਰਬਾਕ ਵਿਚਾਰੋ ਤਾਸ, ਘਟ ਮਟ ਤੇ ਨਾ ਬੇਕਾਰ ਆਕਾਸ਼। ਇਹ ਭਾਈ ਕਪੂਰ ਦਿਓ ਗੁਰੂ ਕਾ ਵਾਕ ਬਚਨ ਹੈ, ਇਹਨੂੰ ਤੁਸੀਂ ਮਨ 'ਚ ਵਿਚਾਰੋ। ਤੇ ਅੱਗੇ ਤੁਹਾਨੂੰ ਹੋਰ ਵਿਦਵਤਾ ਵਾਲੀ ਉਦਾਹਰਨ ਦੇ ਕੇ ਦੱਸਦੇ ਹਾਂ। ਹਜ਼ਾਰਾਂ ਘੜੇ, ਹਜ਼ਾਰਾਂ ਮਟਕੇ ਪਾਣੀ ਦੇ ਨਾਲ ਭਰੇ ਹੋਣ, ਉਹਨਾਂ ਭਰੇ ਹੋਏ ਪਾਣੀ ਦੇ ਨਾਲ ਮਟਕਿਆਂ ਦੇ ਵਿੱਚ ਆਕਾਸ਼ ਦਾ ਪ੍ਰਤੀਬਿੰਬ ਪਰਛਾਵਾਂ ਪੈ ਰਿਹਾ ਹੋਵੇ, ਤੇ ਕੀ ਕਹੋਗੇ ਕਿ ਜਿਹੜਾ ਆਕਾਸ਼ ਹੈ ਮੈਲਾ ਹੋ ਗਿਆ, ਵਿਕਾਰੀ ਹੋ ਗਿਆ? ਨਹੀਂ, ਆਕਾਸ਼ ਤਾਂ ਆਪਣੀ ਥਾਂ ਤੇ ਟਿਕਿਆ ਹੈ, ਪਰ ਉਹ ਘੜਿਆਂ ਦੀ ਉਪਾਧੀ ਕਰਕੇ ਹੀ ਉਹ ਸਾਰੇ ਘੜਿਆਂ ਦੇ ਵਿੱਚ ਜਿਹੜਾ ਆਕਾਸ਼ ਉਹ ਨਜ਼ਰ ਪੈਂਦਾ ਹੈ। ਘਟ ਮਟ ਤੇ ਵਿਕਾਰ ਆਕਾਸ਼। ਸੋ ਜਿਵੇਂ ਘਟ ਘੜੇ ਤੇ ਮੱਟ ਹੁੰਦੇ ਵੱਡੇ ਮੱਟ, ਉਹ ਉਹਨਾਂ ਭਾਂਡਿਆਂ ਦੀ ਉਪਾਧੀ ਕਾਰਨ, ਜਿਵੇਂ ਹਵਾ ਦੀ ਉਪਾਧੀ ਕਾਰਨ ਲਹਿਰਾਂ ਪੈਦਾ ਹੋ ਜਾਂਦੀਆਂ ਪਾਣੀ ਦੇ ਵਿੱਚੋਂ, ਇਸੇ ਤਰ੍ਹਾਂ ਹੀ ਭਾਂਡੇ ਦੀ ਉਪਾਧੀ ਕਾਰਨ ਉਹਦੇ ਵਿੱਚ ਪਾਣੀ ਪਾ ਦਿੱਤਾ ਜਾਵੇ, ਪਰਛਾਵਾਂ ਪੈ ਰਿਹਾ ਆਕਾਸ਼ ਦਾ। ਪਾਣੀ ਨਾ ਵੀ ਹੋਵੇ ਤੇ ਜਿਹੜੀ ਖਾਲੀ ਸ਼ੈ ਹੁੰਦੀ ਉਸੇ ਦਾ ਨਾਮ ਹੀ ਆਕਾਸ਼ ਹੁੰਦਾ। ਘੜਾ ਬਿਲਕੁਲ ਖਾਲੀ ਹੋਵੇ ਤਾਂ ਉਹਦੇ ਵਿੱਚ ਵੀ ਆਕਾਸ਼ ਹੈ। ਸੋ ਇਸ ਤਰੀਕੇ ਦੇ ਨਾਲ ਸਮਝਾਇਆ ਕਿ ਜੇਕਰ ਹਜ਼ਾਰਾਂ ਸੈਂਕੜੇ ਘੜਿਆਂ ਮੱਟਾਂ ਦੇ ਵਿੱਚ ਆਕਾਸ਼ ਦਾ ਪ੍ਰਤੀਬਿੰਬ ਪੈਂਦਾ ਹੋਵੇ ਤੇ ਉਹ ਵਿਕਾਰੀ ਨਹੀਂ ਹੁੰਦਾ। ਤਿਮ ਤਨ ਜਨਮੇ ਮਰਨ ਮਝਾਰੋ, ਆਤਮ ਰਹਿ ਦੋਹਨ ਤੇ ਨਿਆਰੋ। ਇਸੇ ਤਰ੍ਹਾਂ ਭਾਈ ਸਿੱਖਾ, ਸਰੀਰ ਜਦੋਂ ਜਨਮਦਾ ਨਾ ਤੇ ਫਿਰ ਸਰੀਰ ਮਰ ਜਾਂਦਾ ਹੈ। ਤਿਮ ਤਨ ਜਨਮੇ, ਸਰੀਰ ਜਨਮ ਲੈਂਦਾ ਹੈ, ਫਿਰ ਮਰਨ ਮਝਾਰੇ, ਸਰੀਰ ਦੀ ਮੌਤ ਹੁੰਦੀ, ਪਰ ਆਤਮ ਰਹਿ ਦੋਹਨ ਤੇ ਨਿਆਰੇ। ਆਤਮਾ ਜਿਹੜਾ ਇਹ ਦੋਵਾਂ ਤੋਂ ਨਿਆਰਾ ਰਹਿੰਦਾ। ਆਤਮਾ ਨਾ ਜਨਮ ਲੈਂਦਾ ਹੈ ਤੇ ਨਾ ਆਤਮਾ ਮਰਦਾ ਹੈ। ਸੋ ਬਾਣੀ ਦੇ ਵਿੱਚ ਜਦੋਂ ਆਤਮਾ ਦੀ ਸਾਹਿਬਾਂ ਨੇ ਖੋਜ ਕਰਕੇ ਦੱਸਿਆ ਹੈ ਤੇ ਆਤਮਾ ਦੇ ਬਾਰੇ ਇਹ ਵੀ ਦੱਸਿਆ ਕਿ ਨਾ ਉਹ ਬੁੱਢਾ ਨਾ ਉਹ ਬਾਲਾ, ਉਹ ਬਾਲਕ ਵੀ ਨਹੀਂ ਤੇ ਬੱਚਾ ਵੀ ਨਹੀਂ, ਨਾ ਉਹ ਔਰਤ ਹੈ ਤੇ ਨਾ ਉਹ ਮਰਦ ਹੈ। ਸੋ ਉਹ ਇੱਕ ਪ੍ਰਕਾਸ਼ ਹੈ। ਤੇ ਸਾਹਿਬ ਜੀ ਜੋ ਸਿੱਖਾਂ ਨੂੰ ਸਮਝਾਇਆ ਸੀ, ਸਿੱਖ ਨੇ ਫਿਰ ਦੱਸਿਆ ਕਿ ਆਤਮ ਰਹਿ ਦੋਨ ਤੇ ਨਿਆਰੋ। ਨਿਆਰੋ ਹੁੰਦਾ ਵੱਖਰਾ, ਨਿਰਲੇਪ। ਆਤਮਾ ਜਿਹੜਾ ਉਹ ਜੰਮਣ ਤੇ ਮਰਨ ਤੋਂ ਰਹਿਤ ਰਹਿੰਦਾ ਹੈ। ਸੁਨਤ ਕਪੂਰ ਦਿਓ ਕਰ ਬੰਧਨ, ਧੰਨ ਗੁਰੂ ਸਿੱਖ ਮੋਹ ਨਿਕੰਦਨ। ਜਦੋਂ ਐਸਾ ਬ੍ਰਹਮ ਗਿਆਨ ਵਾਲਾ ਉਪਦੇਸ਼, ਬ੍ਰਹਮ ਅਵਸਥਾ ਦਾ ਉਪਦੇਸ਼ ਜਿਹੜਾ ਸਿੱਖ ਦੇ ਹਿਰਦੇ ਤੋਂ ਨਿਕਲਿਆ ਸੀ। ਵਿਆਹ ਦੇ ਸਮੇਂ ਤਾਂ ਬਥੇਰੇ ਉਪਦੇਸ਼ੀ ਬਣ ਜਾਂਦੇ, ਪਰ ਘਰ ਵਿੱਚ ਪੁੱਤਰ ਦੀ ਲਾਸ਼ ਸਾਹਮਣੇ ਪਈ ਹੋਵੇ, ਭਾਣਾ ਮੰਨਣਾ ਬੜਾ ਔਖਾ ਹੁੰਦਾ। ਸਿਆਣੇ ਕਹਿੰਦੇ ਗੁਰੂ ਕੀ ਸਿੱਖੀ ਵੇਖਣੀ ਹੋਵੇ ਨਾ ਤਾਂ ਵਿਆਹ ਵਾਲੇ ਘਰ ਸਿੱਖ ਦੀ ਉਸ ਸਮੇਂ ਵੇਖੀ ਜਾਂਦੀ ਜਦੋਂ ਖੁਸ਼ੀ ਦਾ ਸਮਾਂ ਹੋਵੇ ਕਿ ਕਿੰਨਾ ਕੁ ਗੁਰਮਤੀਆ ਹੈ, ਕਿੰਨਾ ਕੁ ਸਿੱਖੀ ਦੇ ਅਸੂਲਾਂ ਤੇ ਚੱਲਦਾ ਹੈ। ਗਮੀ ਸਮੇਂ ਤਾਂ ਸਾਰੇ ਕਰ ਲੈਂਦੇ ਹਾਂ। ਤੇ ਇੱਕ ਦਾਨਿਆਂ ਦਾ ਹੋਰ ਬੋਲ ਹੈ ਕਿ ਰਿਸ਼ਤੇਦਾਰ ਵੇਖਣੇ, ਸੱਜਣ ਮਿੱਤਰ ਵੇਖਣੇ ਹੋਣ ਤੇ ਪੁੱਤਰ ਦੇ ਵਿਆਹ ਦੇ ਕਾਟ ਵੰਡਣ ਸਮੇਂ ਨਾ ਵੇਖੋ, ਜਦੋਂ ਘਰ ਵਿੱਚ ਮੌਤ ਹੋਈ ਹੋਵੇ, ਔਖਾ ਸਮਾਂ, ਉਦੋਂ ਵੇਖੋ ਕਿ ਕੌਣ ਆਉਂਦਾ ਹੈ। ਸੋ ਸਿੱਖ ਨੇ ਦੱਸਿਆ ਕਿ ਇਹ ਤਾਂ ਪਰਮੇਸ਼ਰ ਦੀ ਰਾਜਾ ਉਹਦੀ ਖੇਡ ਹੈ। ਸੁਨਤ ਕਪੂਰ ਦਿਓ ਕਰ ਬੰਧਨ। ਸੁਣ ਕੇ ਕਪੂਰ ਦੇਵ ਸਿੱਖ ਨੇ ਬੰਦਨਾ ਕੀਤੀ, ਨਮਸਕਾਰ ਕੀਤੀ ਉਸ ਕਰਨੀ ਕਮਾਈ ਵਾਲੇ ਭਾਈ ਸੰਮਨ ਸਿੱਖ ਨੂੰ। ਤੇ ਮੂੰਹ ਤੋਂ ਨਿਕਲੇ ਵਾਕ, ਧੰਨ ਗੁਰੂ ਸਿੱਖ ਮੋਹ ਨਿਕਲ। ਧੰਨ ਸਤਿਗੁਰੂ ਤੇ ਧੰਨ ਗੁਰੂ ਕੇ ਸਿੱਖ। ਗੁਰੂ ਨੇ ਜਿਨ੍ਹਾਂ ਸਿੱਖਾਂ ਦੇ ਕਿਰਪਾ ਕਰਕੇ ਮੋਹ ਨਿਕੰਦਨ, ਮੋਹ ਨੂੰ ਕੱਟ ਦਿੱਤਾ ਹੈ, ਮੋਹ ਦਾ ਅਭਾਵ ਕਰ ਦਿੱਤਾ ਹਿਰਦੇ ਵਿੱਚੋਂ। ਉਹ ਗੁਰੂ ਕੇ ਸਿੱਖ ਧੰਨ ਨੇ ਜਿਨ੍ਹਾਂ ਨੇ ਮੋਹ ਤੇ ਫਤਿਹ ਪਾ ਲਈ। ਨਹੀਂ ਤੇ ਹੇ ਅਜਤ ਸੂਰ ਸੰਗਰਾਮੰ, ਤੂੰ ਇੰਨਾ ਵੱਡਾ ਸੂਰਮਾ ਮੋਹ ਕਿ ਤੂੰ ਬਹੁਤ ਵੱਡੇ ਵੱਡਿਆਂ ਨੂੰ ਦਲ ਦਿੰਦਾ ਹੈ। ਗਣ ਨਰ ਗਣ ਗੰਧਰਵ ਨਰ ਮਨੁੱਖਿਆਂ
ਪਸ ਪੰਖੀ ਬਿਹਮੋਹ ਹੋਣ, ਸਾਰਿਆਂ ਦੇ ਉੱਪਰ ਤੂੰ ਆਪਣਾ ਪ੍ਰਭਾਵ ਪਾਈ ਰੱਖਦਾ, ਤੂੰ ਇੰਨਾ ਬਲਸ਼ਾਲੀ ਹੈ। ਉਹ ਧੰਨ ਨੇ ਗੁਰੂ ਕੇ ਸਿੱਖ ਜਿਨ੍ਹਾਂ ਨੇ ਮੋਹ ਦੇ ਉੱਪਰ ਫਤਿਹ ਪਾ ਲਈ ਹੈ, ਜਿਨ੍ਹਾਂ ਨੇ ਮੋਹ ਨੂੰ ਜਿੱਤ ਲਿਆ ਹੈ। ਅੱਗੇ ਕੁਛ ਹੋਰ ਗੁਰਸਿੱਖ ਸਾਹਿਬਾਂ ਦੇ ਹਜ਼ੂਰ ਆਏ, ਸਤਿਗੁਰੂ ਪਾਤਸ਼ਾਹ ਦੇ ਪਾਸੋਂ ਉਹਨਾਂ ਨੇ ਉਪਦੇਸ਼ ਦੀ ਜਾਚਨਾ ਕੀਤੀ ਹੈ, ਮਹਾਰਾਜ ਸਾਡਾ ਵੀ ਉਧਾਰ ਹੋ ਜਾਏ, ਸਾਡੀ ਕਿਤੇ ਆਤਮਾ ਨਾ ਭਟਕਦੀ ਫਿਰ, ਕੋਈ ਐਸਾ ਕਲਿਆਣਕਾਰੀ ਉਪਦੇਸ਼ ਬਖਸ਼ੋ, ਨੂੰ ਕਮਾ ਕਰਕੇ ਅਸੀਂ ਵੀ ਤਰ ਜਾਈਏ। ਐਸੀ ਭਾਵਨਾ ਐਸੀ ਇੱਛਾ ਰੱਖ ਕਰਕੇ ਜਦੋਂ ਗੁਰੂ ਕੇ ਦਰ ਤੇ ਕੋਈ ਪ੍ਰੇਮੀ ਭਾਵਨਾ ਵਾਲੇ ਸਿੱਖ ਆਉਂਦੇ, ਸਾਹਿਬ ਉਹਨਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਉਹਨਾਂ ਦੇ ਭਲੇ ਵਾਲਾ ਕਲਿਆਣਕਾਰੀ ਉਪਦੇਸ਼ ਦੇ ਕਰਕੇ ਉਹਨਾਂ ਨੂੰ ਨਿਹਾਲ ਕਰਦੇ, ਉਹਨਾਂ ਦੇ ਜੰਮਣ ਮਰਨ ਦੇ ਆਵਾਗਮਨ ਦੇ ਸਾਰੇ ਬੰਧਨ ਨਾਸ ਕਰ ਦਿੰਦੇ ਹਨ। ਸਤਿਗੁਰੂ ਦਾ ਇਹ ਬਿਰਧ ਹੈ, ਗੁਰੂ ਕਾ ਇਹ ਸੁਭਾਅ ਹੈ ਕਿ ਜਿਹੜਾ ਤਨੋ ਮਨ ਹੋ ਕੇ ਸਤਿਗੁਰੂ ਦੇ ਦਰ ਤੇ ਡਿੱਗ ਪੈਂਦਾ, ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਨੂੰ ਗੱਲ ਨਾਲ ਲਾ ਕਰਕੇ ਸੰਸਾਰ ਸਾਗਰ ਭਵਜੋ ਤੋਂ ਪਾਰ ਲੰਘਾ ਦਿੰਦੇ। ਉਹਦੀ ਆਤਮਾ ਉਹਦੇ ਮਨ ਨੂੰ ਹਰ ਪ੍ਰਕਾਰ ਦੇ ਬੰਧਨਾਂ ਤੋਂ ਨਿਜਾਤ ਦਵਾ ਦਿੰਦੇ, ਸੁਤੰਤਰ ਕਰ ਦਿੰਦੇ ਹਨ। ਜਿਵੇਂ ਭਾਈ ਸਾਹਿਬ ਜੀ ਅੱਗੇ ਸੁਣਾਉਣਗੇ, ਸੁਣਾਂਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ, ਕਿਰਪਾ ਕਰਨੀ ਜੀ। ਅੰਤਲੀਆਂ ਪੰਕਤੀਆਂ ਪੜ੍ਹਦੇ ਹਾਂ। ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਤਿਮ ਤਨ ਜਨਮੇ ਮਰਨ ਮਜਾਰੋ, ਆਤਮ ਰਹਿ ਦੁਹਨ ਤੇ ਨਿਆਰੋ, ਸੁਨਤ ਕਪੂਰ ਦਿਓ ਕਰ ਬੰਦਨ, ਧੰਨ ਗੁਰੂ ਸਿੱਖ ਮੋਹ ਨਿਕੰਦਨ। ਗੁਰੂ
ਗੁਰੂ ਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੈ ਅਪਰੰਪਰ ਹਰ ਹਰੇ ਹੈ ਬਿਹੋਵਨ ਹਾਰ ਹੈ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ ਹੈ ਠਾਕੁਰ ਹਾਂ ਦਾਸ ਰੋ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਾਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੈ ਸੋ ਉਤਰੈ ਪਾਰ ਜੋ ਸ਼ਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।